ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਦੂਜੇ ਭਾਗ ਦੇ ਵਿੱਚ ਇੱਕ ਵਾਰ ਫੇਰ ਅਸੀਂ ਸਾਰੇ ਦਰਸ਼ਕਾਂ ਦਾ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਜਿਵੇਂ ਕਿ ਅਸੀਂ ਕਿਹਾ ਸੀ ਅਸੁਕੀ ਸਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਬਿਜ਼ੀ ਹੈ। ਵੈਰੀ ਫਾਸਟ ਸੜਕ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਆ। ਪਹਿਲਾਂ ਸਾਡੇ ਕੋਲ ਅਮਰੀਕਾ ਤੋਂ ਗੈਸਟ ਆਏ ਸੀ, ਉਹਨਾਂ ਦੇ ਨਾਲ ਗੱਲ ਕੀਤੀ ਆ ਤੇ ਹੁਣ ਅਸੀਂ ਆਪਣੇ ਆਪ ਨੂੰ ਬਹੁਤ ਵਡਭਾਗੀ ਸਮਝਦੇ ਹਾਂ ਕਿ ਸਾਡੇ ਕੋਲ ਲੈਸਟਰ ਤੋਂ ਗੁਰਦੁਆਰਾ ਗੁਰਪੰਥ ਪ੍ਰਕਾਸ਼ ਤੋਂ ਸੰਗਤਾਂ ਆਈਆਂ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਆਓ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰੀਏ ਸੁਰਿੰਦਰ ਸਿੰਘ ਜੀ ਜਗਦੇਵ ਤੇ ਨਾਲ ਦੀ ਨਾਲ ਬਲਦੇਵ ਸਿੰਘ ਜੀ ਠੇਠੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਬਹੁਤ ਖੁਸ਼ੀਆਂ ਵਧਾਈਆਂ ਕਿ ਤੁਸੀਂ ਸਾਡੇ ਘਰ ਚਰਨ ਪਾਏ ਅੱਜ ਤੇ ਤੁਸੀਂ ਦੱਸੋ ਕਿ ਕਿੱਦਾਂ ਮਹਿਸੂਸ ਕਰ ਰਹੇ ਹੋ ਅੱਜ ਇੱਥੇ ਆ ਕੇ। ਥੈਂਕ ਯੂ ਵੈਰੀ ਮਚ। ਵਡਭਾਗੀ ਤਾਂ ਅਸੀਂ ਸਮਝਦੇ ਹਾਂ ਵੀ ਤੁਸੀਂ ਸਾਨੂੰ ਸਮਾਂ ਦਿੱਤਾ, ਸਾਨੂੰ ਇੱਥੇ ਸੱਦਿਆ ਸੰਗਤਾਂ ਦੇ ਰੂਪ ਹੋਣ ਦਾ, ਸੰਗਤਾਂ ਦੇ ਦਰਸ਼ਨ ਕਰਨ ਦਾ। ਇਹ ਮਾਘ ਮਹੀਨੇ ਦੀ ਅਸੀਂ ਜਦੋਂ ਮਾਘ ਮਹੀਨੇ ਵਿੱਚ ਅਸੀਂ ਮੈਂ ਤਾਂ ਸੁੱਖੀ ਲੰਘ ਰਿਹਾ ਸੀ, ਅਸੀਂ ਹਮੇਸ਼ਾ ਗੱਲ ਕਰਦੇ ਸੀ ਬੜਾ ਪਵਿੱਤਰ ਮਹੀਨਾ ਹੈਗਾ, ਬਹੁਤ ਸਾਰੀਆਂ ਸੰਗਤਾਂ ਸੇਵਾ ਤੇ ਸਿਮਰਨ ਨਾਲ ਜੁੜਦੀਆਂ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਖਾਸ ਉਪਦੇਸ਼ ਦਿੱਤਾ ਹੈਗਾ ਮਾਘ ਮਹੀਨੇ ਬਾਰੇ, ਉਹਦੇ ਬਾਰੇ ਦੋ ਸ਼ਬਦ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਤੁਸੀਂ। ਮਾਘ ਦਾ ਮਹੀਨਾ ਦਰਅਸਲ ਯੂ ਟਚਡ ਅ ਵੈਰੀ ਇੰਪੋਰਟੈਂਟ ਪੁਆਇੰਟ ਹੈ ਜੀ। ਜੋ ਸਤਿਗੁਰਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਤੁਖਾਰੀ ਰਾਗ ਵਿੱਚ 12 ਮਾਹਾ ਜੋ ਉਹਨਾਂ ਦੀ ਰਚਨਾ ਰਚੀ ਹੈ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੀ ਮਾਝ ਦੇ ਵਿੱਚ ਰਾਗ ਮਾਝ ਦੇ ਵਿੱਚ ਉਹਨਾਂ ਨੇ 12 ਮਾਹਾ ਜੋ ਲਿਖਿਆ ਹੈ। ਉਹ ਇਹ ਹੈ ਵੀ ਜਿਹੜੇ ਸਾਡੇ ਪੁਰਾਣੇ ਵੇਦ ਸ਼ਾਸਤਰ ਸੀ, ਜੋ ਸਾਡੇ ਸਨਾਤਨ ਧਰਮ ਦੇ ਨਾਲ ਜੋ ਸਾਡੀਆਂ ਰਹੁ ਰੀਤਾਂ ਸਾਡੀਆਂ ਟ੍ਰੈਡੀਸ਼ਨਸ ਚੱਲ ਰਹੀਆਂ ਸੀ, ਸਤਿਗੁਰਾਂ ਨੇ ਉਹਨਾਂ ਨੂੰ ਨਿਗੇਟ ਨਹੀਂ ਕੀਤਾ, ਸਮਾਂ ਉਹਨਾਂ ਨੂੰ ਐਮਲਗਾਮੇਟ ਕਰਕੇ ਇੱਕ ਨਵਾਂ ਰੂਪ ਦੇ ਦਿੱਤਾ। ਵਾਹ, ਇੱਕ ਨਵਾਂ ਉਹਨੂੰ ਰੂਪ ਰੇਖਾ ਦੇ ਦਿੱਤੀ। ਜੇ ਹੁਣ ਮਾਘ ਦੇ ਮਹੀਨੇ ਦੀ ਗੱਲ ਕਰੀਏ, ਮਾਘ ਵੰਜ ਸੰਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਾਇ ਸੁਨ ਸਭਨਾਂ ਨੂੰ ਕਰਦਾਨ, ਜਨਮ ਕਰਮ ਮਨ ਉਤਰੈ ਮਨ ਤੇ ਜਾਇ ਗੁਮਾਨ। ਜੋ ਸਨਾਤਨ ਧਰਮ ਸੀ ਉਹਨਾਂ ਦਾ ਵਿਸ਼ਵਾਸ ਇਹ ਸੀਗਾ ਵੀ 68 ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰੋ ਤੇ ਉਹਦੇ ਨਾਲ ਤੁਹਾਡੇ ਜਿਹੜੇ ਪਿਛਲੇ ਜੋ ਕਰਮ ਕੀਤੇ ਹੋਏ ਨੇ, ਜੋ ਉਹਨਾਂ ਦੇ ਤੁਹਾਡੇ ਵਿੱਚ ਜੋ ਵੀ ਮਾੜੇ ਕਰਮ ਨੇ, ਉਹਨਾਂ ਦੀ ਮੈਲ ਜੋ ਸਾਰੀ ਧੋਤੀ ਜਾਵੇਗੀ। ਉਹਦੇ ਪ੍ਰਥਾਏ ਕੁੰਭ ਦਾ ਮੇਲਾ ਜੋ 12 ਸਾਲਾਂ ਬਾਅਦ ਲੱਗਦਾ ਹੈ, ਬੜਾ ਮਹਾਨ, ਉਹ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਕਈ ਵਾਰੀ ਇੱਥੇ ਵੈਸਟਰਨ ਵਰਲਡ ਦੇ ਵਿੱਚ ਵੀ ਟੈਲੀਵਾਈਜ਼ ਕੀਤਾ ਗਿਆ ਵੀ ਕਿੱਦਾਂ ਲੋਕੀ ਉੱਥੇ ਜਾ ਕੇ ਸਮਝਦੇ ਨੇ ਵੀ ਇੱਕ ਵਾਰੀ ਇਸ਼ਨਾਨ ਕਰ ਰਿਹਾ ਤੇ ਸਾਡੀ ਜੋ ਮਨ ਹੈ ਆਤਮਾ ਪਵਿੱਤਰ ਹੋ ਗਈ। ਤੇ ਸਤਿਗੁਰਾਂ ਨੇ ਉਹਨੂੰ ਕਿਹਾ ਵੀ ਇਹ ਤੁਹਾਡਾ ਵਿਸ਼ਵਾਸ ਹੈ, ਪਰ ਸਾਡੇ ਹਿਸਾਬ ਦੇ ਨਾਲ ਜੋ ਇਹ ਹੈ ਇਸ ਮਹੀਨੇ ਦੇ ਵਿੱਚ ਜੇ ਤੁਸੀਂ ਇਹਨੂੰ ਪਵਿੱਤਰ ਸਮਝਦੇ ਹੋ, ਇਹਦੀ ਪਵਿੱਤਰਤਾ ਹੈ। ਕਾਹਦੇ ਨਾਲ ਪਵਿੱਤਰਤਾ? ਮਾਘ ਮਜਰ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਾਧ ਸੰਗਤ ਦੇ ਵਿੱਚ ਬੈਠ ਕੇ ਸਾਧ ਸੰਗਤ ਦੀ ਧੂੜੀ ਦਾ ਇਸ਼ਨਾਨ ਕਰਨਾ। ਵਾਹ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਉਹਨਾਂ ਦਾ ਵਿਸ਼ਵਾਸ ਇਹ ਹੈ ਵੀ ਇਸ ਮਹੀਨੇ ਦੇ ਵਿੱਚ ਜਿੰਨਾ ਦਾਨ ਪੁੰਨ ਕੀਤਾ ਹੋਇਆ ਕਈ ਗੁਣਾ ਹੋ ਕੇ ਫਲੀਭੂਤ ਹੁੰਦਾ ਜੀ। ਸਤਿਗੁਰੂ ਜੀ ਕਹਿੰਦੇ ਹਾਂ ਦਾਨ ਕਰ, ਜਿੱਥੇ ਦਸਵੰਧ ਕੱਢਣਾ ਹੈ, ਜਿੱਥੇ ਮਾਇਆ ਦਾ ਜੋ ਆਪਣਾ ਦਸਵੰਧ ਕੱਢਣ ਦਾ ਤੇਰਾ ਫਰਜ਼ ਹੈ, ਪਰ ਉਹਦੇ ਨਾਲ ਜਿਹੜਾ ਅਸਲੀ ਦਾਨ ਹੈ ਉਹ ਨਾਮ ਦਾ ਦਾਨ ਕਰਨਾ। ਪਹਿਲਾਂ ਆਪ ਨਾਮ ਜਪਣਾ ਸਾਧ ਸੰਗਤ 'ਚ ਬੈਠ ਕੇ ਤੇ ਦੂਜਿਆਂ ਦੇ ਨਾਲ ਉਹਦੀ ਵਿਚਾਰ ਕਰਕੇ ਉਹਨੂੰ ਹੋਰ ਉਹਦਾ ਵਾਧਾ ਕਰਨਾ ਜੀ। ਔਰ ਤੁਸੀਂ ਜਿਵੇਂ ਕਿ ਕਿਉਂਕਿ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਰਹਿ ਜਾਣਾ, ਕਿਉਂਕਿ ਸਾਡੇ ਕੋਲ ਗੱਲਾਂ ਮੈਨੂੰ ਲੱਗਦਾ ਕਰਨ ਵਾਲੀਆਂ ਬਹੁਤ ਜ਼ਿਆਦਾ ਹੈਗੀਆਂ ਆ। ਤੁਸੀਂ ਗੱਲ ਕੀਤੀ ਹੈਗੀ ਆ ਕਿ ਦੇਖੋ ਆਪਾਂ ਸਾਰੀ ਦੁਨੀਆ ਉੱਤੇ ਜਿਹੜਾ ਸਿੱਖ ਧਰਮ ਹੈ, ਗੁਰੂ ਨਾਨਕ ਦੇਵ ਜੀ ਦਾ ਛਾਇਆ ਪਿਆ ਹੈਗਾ। ਸ਼ਹਿਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ, ਤੁਸੀਂ ਬੜੇ ਲੰਮੇ ਸਮਾਂ ਤੁਸੀਂ ਸੇਵਾ ਕਰ ਰਹੇ ਹੋਗੇ ਤੇ ਤੁਸੀਂ ਸਾਡੇ ਕੋਲ ਆਏ ਹੋ ਗੁਰਦੁਆਰਾ ਗੁਰਪੰਥ ਪ੍ਰਕਾਸ਼ ਵਿਖੇ। ਉੱਥੇ ਇਸ ਮਹੀਨੇ ਦੀ ਮਹੱਤਤਾ ਨੂੰ ਕਿਵੇਂ ਪ੍ਰਗਟਾਇਆ ਜਾ ਰਿਹਾ ਹੈ ਜਾਂ ਸੰਗਤਾਂ ਦਾ ਕਿਹੋ ਜਿਹਾ ਰੁਝਾਨ ਹੁੰਦਾ ਹੈਗਾ? ਦੇਖੋ ਸਾਡੇ ਉਸ ਸਥਾਨ ਦੀ, ਉਸ ਗੁਰੂ ਘਰ ਦੀ ਜਿੱਥੇ ਦਾਸ ਨੂੰ ਇਹ ਸੇਵਾ ਮਹਾਂਪੁਰਖਾਂ ਨੇ ਬਖਸ਼ੀ ਹੈ ਜੀ, ਵਿਲੱਖਣਤਾ ਇਹ ਹੈ ਵੀ ਉੱਥੇ ਮਹਾਂਪੁਰਖਾਂ ਦੀ ਜੋ ਉਹਨਾਂ ਦੀ ਦੇਖ ਰੇਖ ਹੈ, ਉਹਨਾਂ ਦੀ ਜੋ ਸਾਨੂੰ ਇੱਕ ਮਾਰਗਦਰਸ਼ਨ ਹੈ ਜੀ, ਜਿਹਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪਹਿਲੇ ਅੰਗ ਤੋਂ ਲੈ ਕੇ 14ਵੇਂ ਅੰਗ ਤੱਕ ਜੋ ਸਾਧੂਆਂ ਦੀ ਮਹਿਮਾ, ਮਹਾਂਪੁਰਖਾਂ ਦੀ ਮਹਿਮਾ, ਬਖਸ਼ੀਆਂ ਹੋਈਆਂ ਰੂਹਾਂ ਜੋ ਸਤਿਗੁਰੂ ਤੋਂ ਇਹ ਵਰਸਾਏ ਹੋਈ ਰੂਹਾਂ ਇੱਥੇ ਆਉਂਦੀਆਂ ਨੇ ਸਾਡੇ ਵਰਗੇ ਗ੍ਰਸਤੀ ਜੀਵਾਂ ਨੂੰ ਮਾਰਗਦਰਸ਼ਨ ਕਰਨ ਵਾਸਤੇ। ਸੋ ਸਾਨੂੰ ਉਹਦੀ ਉਹ ਵੀ ਹੈਵ ਦੀ ਐਡਵਾਂਟੇਜ ਐਂਡ ਪ੍ਰਿਵਿਲੇਜ ਆਫ ਮਹਾਂਪੁਰਖ ਬਾਬਾ ਜੀ ਬਾਬਾ ਸੰਤ ਸਿੰਘ ਜੀ ਖਾਲਸਾ। ਸੋ ਉਹਨਾਂ ਦੀ ਪ੍ਰੇਰਣਾ, ਉਹਨਾਂ ਦੀ ਇੰਸਪੀਰੇਸ਼ਨ ਦੇ ਨਾਲ ਜੋ
ਲੁਧਿਆਣੇ ਵਿਖੇ ਵੀ ਇਹ ਸਮਾਗਮ ਹੁਣ ਪਹਿਲੀ ਵਾਰੀ ਮਹਾਂਪੁਰਖ ਇਸ ਮੁਲਕ ਦੇ ਵਿੱਚ 30 ਸਾਲ ਪਹਿਲਾਂ ਆਏ ਸੀਗੇ। ਅੱਛਾ ਜੀ। ਹਾਂ ਸੌਰੀ 32 ਸਾਲ ਪਹਿਲਾਂ। ਤੇ ਦਾਸ ਨੂੰ ਪਹਿਲੀ ਵਾਰੀ 1985 ਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੇ ਮੈਂ ਉਦੋਂ ਤੋਂ ਯਾਨੀ ਕਿ ਇਹ ਦੇਖਦਾ ਆ ਰਿਹਾ ਵੀ ਉਹਨਾਂ ਨੇ ਇਸ ਮਹੀਨੇ ਨੂੰ ਬਹੁਤ ਮਹੱਤਤਾ ਦਿੱਤੀ ਹੈ ਔਰ ਦਿੰਦੇ ਨੇ ਸਾਰੇ ਸਿੱਖ ਜਗਤ ਦੇ ਵਿੱਚ ਹੀ। ਜਿਸ ਤਰ੍ਹਾਂ ਮੈਂ ਪਹਿਲਾਂ ਆਪ ਜੀ ਨਾਲ ਸਾਂਝ ਪਾਈ ਹੈ, ਲੁਧਿਆਣੇ ਵਿਖੇ ਹਜ਼ਾਰਾਂ ਹੀ ਸੰਗਤਾਂ ਇੱਕ ਵਾਰੀ ਦੋ ਵਾਰੀ ਮੈਨੂੰ ਉੱਥੇ ਮੌਕਾ ਮਿਲਿਆ ਇਹ ਉੱਥੇ ਹਾਜ਼ਰੀ ਭਰਨ ਦਾ। ਸਾਰਾ ਮਹੀਨਾ ਸੰਗਤਾਂ ਸਵੇਰੇ 4 ਵਜੇ ਮੂੰਹ ਹਨੇਰਾ ਹੁੰਦਾ ਹੈ, ਠੰਡ ਬੜੀ ਹੁੰਦੀ ਹੈ, ਪਰ ਬੜੇ ਹੋਮ ਕੇ ਬੜੇ ਚਾਅ ਦੇ ਨਾਲ ਉਹ ਆ ਕੇ ਤੇ ਸਿਮਰਨ ਵਾਹਿਗੁਰੂ ਨਾਮ ਸਿਮਰਨ ਵਿੱਚ ਜੁੜਦੀਆਂ ਨੇ, ਅਸੀਸਾਂ ਪ੍ਰਾਪਤ ਕਰਦੀਆਂ। ਮਹਾਂਪੁਰਖ ਆਪ ਹਾਜ਼ਰੀਆਂ ਭਰਦੇ ਨੇ ਜੀ। ਸੋ ਇਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਥੇ ਪਿਰਤ ਪਾਈ ਹੈ ਆਪਣੇ ਗੁਰਦੁਆਰਾ ਗੁਰੂ ਪੰਥ ਪ੍ਰਕਾਸ਼ ਲੈਸਟਰ ਵਿਖੇ ਜੀ। ਖੁੱਲ੍ਹਾ ਸਥਾਨ ਹੈ। ਇੱਥੇ ਵੀ ਸਾਰਾ ਮਹੀਨਾ ਜੋ ਦਿਮਾਗ ਦਾ ਮਹੀਨਾ ਸ਼ੁਰੂ ਹੁੰਦਾ ਹੈ ਸੰਗਰਾਂਦ ਵਾਲੇ ਦਿਨ, ਉਦੋਂ ਤੋਂ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਅੱਛਾ ਜੀ। ਸੰਗਤਾਂ ਬੜੇ ਹੁਮਾ ਕੇ ਬੜੇ ਪਿਆਰ ਦੇ ਨਾਲ ਆ ਕੇ ਸਤਿਕਾਰ ਦੇ ਨਾਲ ਲੜੀ ਦੇ ਵਿੱਚ ਆਪਣੀ ਸੇਵਾ ਪ੍ਰਾਪਤ ਕਰਦੀਆਂ ਜੀ। ਸਾਰਾ ਮਹੀਨਾ ਅਖੰਡ ਪਾਠ ਸਾਹਿਬ ਨਿਰੰਤਰ ਚੱਲਦੇ ਨੇ। ਤੇ ਫਿਰ ਉਸ ਤੋਂ ਬਾਅਦ ਜਿਹੜਾ ਕਨਵੀਨੀਅੰਟ ਟਾਈਮ ਉਹ ਤੋਂ ਅਗਲਾ ਵੀਕਐਂਡ ਦੇਖ ਕੇ ਜਿਸ ਵੇਲੇ ਮਾਘ ਦਾ ਮਹੀਨਾ ਜੋ ਸੰਪੂਰਨ ਹੁੰਦਾ ਜੀ, ਤੇ ਇਸ ਲੜੀ ਦੀ ਸੰਪੂਰਨਤਾ ਜਿਹੜੀ ਹੈ ਉਹ ਫਿਰ 11 ਸ਼੍ਰੀ ਅਖੰਡ ਪਾਠ ਸਾਹਿਬ ਸਤਿਗੁਰਾਂ ਦੇ ਪ੍ਰਕਾਸ਼ ਕਰਕੇ ਇੱਕ ਬੜਾ ਬਹੁਤ ਹੀ ਸੁੰਦਰ ਜੋ ਵਿਛਾਈ ਕਰਕੇ ਤਿਆਰੀ ਕਰਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ। ਉਸ ਤੋਂ ਉਪਰੰਤ ਜਿਹੜੇ ਉਹ ਕੀਰਤਨ ਦੀਵਾਨ ਸਜਦੇ ਨੇ। ਇਹ ਹਰੇਕ ਸਾਲ ਜੋ 12 ਸਾਲ ਹੋ ਗਏ ਸਥਾਨ ਹੋਣ 'ਚ ਆਇਆ ਨੂੰ, ਬੜੀ ਡਾਇਰੈਕਟਿਕ ਇਹ ਬਿਲਡਿੰਗ ਸੀ, ਤੋ ਬੜੇ ਖੁੱਲ੍ਹੇ ਸਥਾਨ ਨੇ। ਅਗੇਨ ਆਈ ਵੁੱਡ ਲਾਈਕ ਟੂ ਇੰਡੋਰਸ ਇਸ ਮਹਾਂਪੁਰਖਾਂ ਦੀ ਪ੍ਰੇਰਨਾ ਸਦਕਾ ਬਹੁਤ ਸੋਹਣੇ ਉਹ ਇਸ ਵੇਲੇ ਇਸ ਮੁਕਾਮ 'ਤੇ ਨੇ। ਟੁੱਟੇ ਭੱਜੀ ਬਿਲਡਿੰਗਾਂ ਸੀਗੀਆਂ, ਸੋਹਣੇ ਸਥਾਨ ਬਣੇ, ਬਹੁਤ ਸੋਹਣੇ ਸਥਾਨ। 200 ਤੋਂ ਜ਼ਿਆਦਾ ਕਾਰ ਪਾਰਕਿੰਗ ਸਪੇਸਿਸ ਨੇ, ਵੱਡੇ ਹਾਲ ਨੇ ਦੋਨੋਂ ਹੀ ਜੀ, ਹੈ ਨਾ। ਔਰ ਸਾਨੂੰ ਵੱਡੀ ਗੱਲ ਇਹ ਹੈ ਵੀ ਜਿੱਥੇ ਵਿਆਹ ਸ਼ਾਦੀਆਂ ਉੱਥੇ ਹੁੰਦੀਆਂ ਨੇ ਤਾਂ ਉੱਥੇ ਆਪਣੇ ਲੰਗਰ ਦਾ ਜੋ ਇੰਤਜ਼ਾਮ ਹੈ, ਹਾਲ ਵੱਡੇ ਹੋਣ ਕਰਕੇ ਇੱਕ ਜਿਹੜੀ ਸਾਡੇ ਸਮਾਜ ਦੇ ਵਿੱਚ ਇੱਕ ਇਹ I might be digressing a little bit from your question, ਮਾਘ ਤੋਂ, ਪਰ ਮੈਂ ਇਹ ਇੰਡੋਰਸ ਕਰਨਾ ਚਾਹੁੰਦਾ ਕਿਉਂਕਿ ਜੋ ਸਤਿਗੁਰਾਂ ਨੇ this was a social revolution. Sikhi has always been about a social revolution, ਹਾਂਜੀ, and social correction. ਉੱਥੇ ਫਿਰ ਉਹ ਕਿਉਂਕਿ ਅਗਰ ਉੱਦਾਂ ਦੀ ਇੱਕ ਵੈਨਿਊ ਹੋਵੇ, ਉੱਦਾਂ ਦੀ ਕੋਈ ਸਹੂਲਤ ਹੋਵੇ ਤਾਂ ਬੱਚੇ they actually they encourage ਹੈ ਨਾ to have the ਆਨੰਦ ਕਾਰਜ। ਐਂਡ ਤੇ ਜਿਹੜਾ ਦੁਪਹਿਰ ਦਾ ਖਾਣਾ ਹੈ ਉਹ ਬਜਾਏ ਦੇ ਕਿ ਵੱਡੇ ਹਾਲਾਂ ਦੇ ਵਿੱਚ ਜਾ ਕੇ ਉੱਥੇ ਇੰਨੇ ਪੈਸੇ ਖਰਚਣ ਦੀ ਬਜਾਏ ਅਗਰ ਉੱਥੇ ਉਹਦੀ ਫੈਸਿਲਿਟੀ ਹੋਵੇ ਗੁਰੂ ਘਰ ਦੇ ਵਿੱਚ ਤਾਂ ਉੱਥੇ ਉਹ ਆਰਗੇਨਾਈਜ਼ ਕੀਤਾ ਜਾ ਸਕੇ। ਬਲਦੇਵ ਜੀ ਨੂੰ ਮੈਂ ਪੁੱਛਣਾ ਚਾਹਾਂਗਾ ਇਹ ਜਿਹੜੀ ਤੁਸੀਂ ਹੁਣ ਦੱਸਿਆ ਕਿ ਜਿਹੜੀ ਲੜੀ ਹੈਗੀ ਆ ਮਾਘ ਮਹੀਨੇ ਦੇ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈਗੀ ਹੈ, ਜਿਹੜੀ ਕਿ ਮੇਰੇ ਖਿਆਲ ਲੋਹੜੀ ਤੋਂ ਸ਼ੁਰੂ ਹੋ ਜਾਂਦੀ ਹੋਵੇਗੀ ਜਾਂ ਮਾਘ ਦੇ ਮਹੀਨੇ ਤੋਂ, ਇਹ ਕਿਹੜੀ ਤਰੀਕ ਨੂੰ ਇਹ ਜਿਹੜੀ ਹੁਣ ਭੋਗ ਪੈ ਜਾਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਾਂ ਉਹਨਾਂ ਦੇ ਭੋਗ ਪੈਣਗੇ? ਥੋੜ੍ਹਾ ਜਿਹਾ ਡੇਟਸ ਬਾਰੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਹਾਂਜੀ, 16 ਤਰੀਕ ਨੂੰ ਆਰੰਭ ਹੋਣਗੇ ਜੀ, ਤੇ 18 ਤਰੀਕ ਨੂੰ ਭੋਗ ਪੈਣਗੇ ਸਵੇਰੇ 10 ਵਜੇ ਤੋਂ। ਅੱਛਾ ਜੀ। ਤੇ ਆਬਵੀਅਸਲੀ 17 ਨੂੰ ਮਾਧੀ ਅਰਦਾਸ ਹੋਵੇਗੀ। ਹਾਂਜੀ, ਹਾਂ, ਠੀਕ ਹੈ। ਤੇ ਸੁਰਿੰਦਰ ਸਿੰਘ ਜੀ ਇਹਦੇ ਬਾਰੇ ਫਿਰ ਦੱਸੋ ਕਿ ਇਹ ਸੰਗਤਾਂ ਦਾ ਆਬਵੀਅਸਲੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਸਾਊਥ ਹਾਲ ਦੇ ਵਿੱਚ ਕਾਫੀ ਸੇਵਾ ਕਰ ਰਹੇ ਹੋ। ਸਾਊਥ ਹਾਲ ਤੋਂ ਵੀ ਸੰਗਤਾਂ ਹੁਮਾ ਕੇ ਆਉਂਦੀਆਂ ਹੋਣਗੀਆਂ, ਉਹਨਾਂ ਬਾਰੇ ਥੋੜ੍ਹਾ ਜਿਹਾ। ਬਹੁਤ ਸਾਊਥ ਹਾਲ ਤੋਂ ਸੰਗਤਾਂ ਬਹੁਤ ਹੁਮਾ ਕੇ ਆਉਂਦੀਆਂ ਜੀ, ਕਿਉਂਕਿ ਮਹਾਂਪੁਰਖਾਂ ਦਾ ਜਿਹੜਾ ਮੁੱਢਲਾ ਸਮਾਂ ਸੀ, ਪਹਿਲਾ ਸਮਾਂ ਵੈਸੇ ਤਾਂ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਸਾਰੇ ਮੁਲਕ ਦੇ ਵਿੱਚ ਹੀ ਲਾਇਆ, ਪਰ ਸਾਊਥ ਹਾਲ ਦੀ ਸੰਗਤਾਂ ਨੂੰ ਜ਼ਿਆਦਾ ਲਾਹਾ ਪ੍ਰਾਪਤ ਹੋਇਆ। ਅੱਛਾ ਜੀ। ਹਾਂ, ਉੱਥੇ ਸੰਗਤਾਂ ਦਾ ਬਹੁਤ ਪਿਆਰ ਸਤਿਕਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ, ਤੇ ਉਹ ਬੜੇ ਮਾਹ ਤੇ ਚਾਅ ਦੇ ਨਾਲ ਆਉਂਦੇ ਨੇ। ਹੁਣ ਵੀ ਕੋਚਾਂ ਦਾ ਪ੍ਰਬੰਧ ਉੱਥੇ ਕੀਤਾ ਗਿਆ ਤੇ ਬੜੇ ਉਹਨਾਂ ਨੇ ਸੰਗਤਾਂ ਉਤਾਵਲੀਆਂ ਰਹਿੰਦੀਆਂ ਨੇ ਜੀ ਇਹ ਡੇਟ ਨੂੰ, ਜਿੱਥੇ ਪਹਿਲਾਂ ਤਾਂ ਲੁਧਿਆਣੇ ਜਿਹੜਾ ਸਾਲਾਨਾ ਸਮਾਗਮ ਹੁੰਦਾ ਹਾਂਜੀ, ਉੱਥੇ ਵਾਸਤੇ ਬਹੁਤ ਇੱਕ ਇਸ ਇੰਪੋਰਟੈਂਟ ਡੇਟ ਇਨ ਐਵਰੀਬਾਡੀਜ਼ ਕੈਲੰਡਰ। ਉਹ ਤੋਂ ਬਾਅਦ ਫਿਰ ਇਸ ਸਮਾਗਮ ਦੀ ਬੜੀ ਤਾਂਘ ਹੁੰਦੀ ਹੈ ਵੀ ਹਾਂ ਵੀ ਹੁਣ ਮਾਘ ਦੇ ਮਹੀਨੇ ਜੋ ਮਾਘੀ ਦਾ ਸਮਾਗਮ ਉੱਥੇ ਆਪਾਂ ਪਹੁੰਚਣਾ। ਤੇ ਉੱਥੇ ਜਿਹੜੇ ਮੁੱਖ ਸੇਵਾਦਾਰ ਨੇ ਸਰਜੀਤ ਸਿੰਘ ਜੀ ਸੱਗੂ ਤੇ ਗੁਰਦੇਵ ਸਿੰਘ ਕੋਹਲੀ, ਬੜੇ ਸਾਰੇ ਸੰਗਤਾਂ ਦੇ ਪ੍ਰਥਾਏ ਉਹਨਾਂ ਨੂੰ ਗੋਚਰੀ ਕੀਤਾ ਗਿਆ ਤੇ ਕੋਚਾਂ ਦਾ ਇੰਤਜ਼ਾਮ ਕੀਤਾ ਗਿਆ। ਉੱਥੋਂ ਸੰਗਤਾਂ ਪਹੁੰਚਣਗੀਆਂ ਜੀ ਤੇ ਕੀਰਤਨ ਦੇ ਨਾਲ ਮਿਲ ਕੇ ਲਾਹੇ ਲਵਾਂਗੇ। ਹੁਣੇ ਅਸੀਂ ਸਕਰੀਨ ਦੇ ਉੱਤੇ ਦੇਖ ਰਹੇ ਸੀ ਜਿਹੜਾ ਬਹੁਤ ਸੋਹਣਾ ਮੇਰੇ ਖਿਆਲ ਜਿਹੜੀ ਵਿਸ਼ਾਲ ਪੰਡਾਲ ਹੈਗਾ, ਉਹਦੀ ਸੋਹਣੀ ਵਿਛਾਈ ਕੀਤੀ ਗਈ ਹੈ। ਬੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਹੈਗਾ। ਮੇਰੇ ਖਿਆਲ ਸੰਗਤਾਂ
ਦੇ ਉਦਮ ਦੇ ਨਾਲ ਹੀ ਇਹੋ ਜਿਹੇ ਕਾਰਜ ਹੁੰਦੇ ਆ। ਦਰਸ਼ਕੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ 16, 17, 18 ਨੂੰ ਇਹ ਜੋ ਬਾਕੀ ਦਾ ਖਾਸ ਪ੍ਰੋਗਰਾਮ ਹੋ ਰਿਹਾ ਹੈ ਗੁਰਦੁਆਰਾ ਗੁਰਪੰਥ ਪ੍ਰਕਾਸ਼ ਵਿਖੇ, ਜਿਸ ਦਾ ਪੋਸਟ ਕੋਡ ਹੈ LE26AA। ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਉਹਦੇ ਬਾਰੇ ਸਾਡੇ ਕੋਲ ਆਏ ਹਨ ਸੁਰਿੰਦਰ ਸਿੰਘ ਜਗਦੇਵ ਜੀ ਸਾਡਾ ਗੱਲਬਾਤ ਕਰਨ ਵਾਸਤੇ। ਕਿ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਗੱਲਬਾਤ? Yeah, definitely. It's so wonderful to see when these samagam's take place because it's so beautiful to actually sit in the sangat and actually get to learn. So I was just wondering, will there be anything there for the children? Because sometimes they, you know, it's that whole understanding and whether, you know, how can we involve them more so they actually go away where they learn something? Indeed, it's it's a very, very good question. We are pretty aware of that the children are involved in all entity and in all entirety. With that in mind, we have regular classes at the Gurdwara, and there's a Academy of Sikh Studies which operates there, and the children are admitted there from the age of 4 to 16, and these children will be taking part. Oh wow! In delivering lectures, and then they'll be doing kirtan, joining in kirtan, and katha vichar as well in English. Fantastic. So which is for the benefit of youngsters, and it draws them in, and actually it engages them, and it becomes a bit more interactive. And they feel engaged, they feel kind of a stakeholder, so to say, in the Gurdwara. And that was the whole vision of Babaji Mahaprabhu, that this Gurdwara should be interactive and following the Sikh ethos, should be open to the community at large, and especially for our youngsters, so that they could feel free and they could feel as a stakeholders. I mean, even last night there were young kids actually who were doing the Vishai that you saw. They were helping out in that. Fantastic. So that's how much the kids will be involved or are involved in it. Fantastic. It's absolutely बहुत खुशी की गल है। मेरे ख्याल सुखी, I think we all agree कि जब बच्चों ਨੂੰ ਅਸੀਂ ਇਨਵੋਲਵ ਕਰਦੇ ਹਾਂ ਨਾ, they get connected. Definitely. But ਜਿੱਦਾਂ ਮੈਨੂੰ ਲੱਗਦਾ ਸੁਰਿੰਦਰ ਸਿੰਘ ਨੇ ਦੱਸਿਆ ਹੈਗਾ ਕਿ ਬੱਚੇ ਜਦੋਂ अर्ਲੀ ਸਟੇਜ ਤੋਂ ਉਹਨਾਂ ਨੂੰ ਜਦੋਂ ਪਾਰਟਿਸਿਪੇਸ਼ਨ ਮਿਲਦੀ ਆ, ਉਹਨਾਂ ਨੂੰ ਮੌਕਾ ਮਿਲਦਾ, ਦੇਣਾ ਚਾਹੀਦਾ, ਇਨਕਰੇਜ ਹੋਣਾ ਚਾਹੀਦਾ ਆ, ਤਾਂ ਕਿ ਉਹ ਫਿਰ ਆ ਕੇ ਪਾਰਟਿਸਿਪੇਟ ਕਰ ਸਕਦੇ ਆ। ਤੇ ਜਿਹੜੀਆਂ ਹੁਣ ਸਾਨੂੰ ਇਸ ਵੇਲੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਸਾਡਾ ਪ੍ਰੋਗਰਾਮ ਦੇਖ ਰਹੀਆਂ ਹੈਗੀਆਂ, ਇਹ ਜਿਹੜਾ ਪ੍ਰੋਗਰਾਮ ਤੁਸੀਂ ਪਹਿਲੀ ਗੱਲ ਕਹੀ ਹੈ, ਜਿਹੜਾ ਗੁਰੂ ਘਰ ਹੈਗਾ, ਇਹ ਸੰਗਤਾਂ ਲੈਸਟਰ ਦੀਆਂ ਸੰਗਤਾਂ ਵਾਸਤੇ ਨਹੀਂ ਹੈਗਾ, ਇਹ ਸਾਊਥ ਹਾਲ ਦੀਆਂ ਸੰਗਤਾਂ ਵਾਸਤੇ ਨਹੀਂ ਹੈਗਾ, ਇਹ ਸਾਰੀ ਦੁਨੀਆ ਮਨੁੱਖਤਾ ਵਾਸਤੇ ਹੈਗਾ ਆ। ਉਹ ਜਿਹੜੇ ਇਸ ਵੇਲੇ ਸਾਡਾ ਪ੍ਰੋਗਰਾਮ ਸੁਣ ਰਹੇ ਹੈਗੇ ਆ, ਇਹ ਜਿਹੜਾ ਮਾਘ ਦਾ ਮਹੀਨਾ ਆ, ਹੁਣ ਤੁਸੀਂ ਜਿਹੜਾ ਖਾਸ ਪ੍ਰੋਗਰਾਮ ਕਰ ਰਹੇ ਹੋ 16, 17, 18 ਫਰਵਰੀ ਨੂੰ, ਉਹਦੇ ਬਾਰੇ ਉਹਨਾਂ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸੰਗਤਾਂ ਪ੍ਰਥਾਏ ਮੈਂ ਤਾਂ ਇਹੀ ਸਾਂਝ ਪਾਵਾਂਗਾ ਕਿ ਜੋ ਸਾਡੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। There's so much information available on the internet. We are living in this modern time of technology and information, which is so readily available. So there's no excuse of not knowing it. It's only a matter of finding and dedicating or allowing some time in your life to look into it. ਤੇ ਸਤਿਗੁਰਾਂ ਨੇ ਜਿਹਾ ਬੀਜੇ ਸੋਲਣਾ ਕਰਮਾ ਸੰਧੜਾ ਖੇਤ, ਮਹਾਰਾਜ ਨੇ ਇੱਥੇ ਆ ਕੇ ਨਾ ਇਹ ਸਾਰੇ ਜੋ ਜੀਵਨ ਦੇ ਉਹਦੇ ਉੱਤੇ ਇੱਕ ਅੰਡਰਲਾਈਨ ਕਰ ਦਿੱਤਾ ਕਿ ਨਾ ਤਾਂ ਦਾਨ ਕੀਤਿਆਂ ਦੇ ਉੱਤੇ ਤੇਰਾ ਭਾਈ ਛੁਟਕਾਰਾ ਹੋਣਾ, ਤੇ ਨਾ ਤੇਰਾ ਕੋਈ ਤੀਰਥਾਂ ਦੇ ਉੱਤੇ ਜਾ ਕੇ 68 ਤੀਰਥਾਂ ਦੇ ਇਸ਼ਨਾਨ ਕਰੇ ਤੇ ਛੁਟਕਾਰਾ ਹੋਣਾ। ਤੇ ਜੇ ਤੇਰੇ ਜੀ ਦੇ ਵਿੱਚ ਜੇ ਪੁੰਨਦਾਨ ਕਰਨਾ ਹੈ ਨਾ, ਤਾਂ ਉਹ ਸਾਰਿਆਂ ਨਾਲੋਂ ਵੱਡਾ ਪੁੰਨਦਾਨ ਹੈ ਜੀ ਦਾਨ। ਜਿਹੜਾ ਤੁਹਾਡੇ ਮਨ ਦੇ ਵਿੱਚ ਦਇਆ ਹੈਗੀ ਆ, ਦੂਜੇ ਪਾਸੇ ਕੰਪੈਸ਼ਨ ਹੈਗਾ, ਤੇ ਤਾਂ ਉਹ ਸਾਰਿਆਂ ਨਾਲੋਂ ਵੱਡਾ ਦਾਨ ਹੈ। ਸੋ ਸਾਧ ਸੰਗਤ ਜੀਓ, ਜੋ ਸਤਿਗੁਰਾਂ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ, ਉਹਨੂੰ ਇਹ ਜੋ ਵੀ ਗੁਰਪੁਰਬ ਇਹ ਦਿਹਾੜੇ ਸਾਡੇ ਮਨਾਏ ਹੋਏ ਤਾਂ ਹੀ ਇਹ ਸਕਾਰਥੇ ਨੇ, ਜੇ ਅਸੀਂ ਉਹਨਾਂ ਦਾ ਸ਼ਬਦ, ਉਹਨਾਂ ਦਾ ਸਤਿਗੁਰਾਂ ਦਾ ਜੋ ਉਪਦੇਸ਼ ਹੈ ਉਹਨੂੰ ਆਪਣੇ ਹਿਰਦੇ 'ਚ ਵਸਾਈਏ। ਤੇ ਸਭ ਨਾਲੋਂ ਇੰਪੋਰਟੈਂਟ ਗੱਲ ਜਿਹੜੀ ਹੈ, ਉਹ ਅਸੀਂ ਆਪਣੇ ਨੈਕਸਟ ਜਨਰੇਸ਼ਨ ਬੱਚਿਆਂ ਤਾਈਂ ਉਹਨੂੰ ਸਾਂਝੀ ਕਰੀਏ। ਹਾਂਜੀ। ਤੇ I was just going to say, sometimes ਬੱਚੇ ਕਹਿੰਦੇ ਕਿ ਉੱਥੇ ਜਾ ਕੇ ਜਦੋਂ ਗੁਰਦੁਆਰੇ ਵੀ ਜਾਂਦੇ ਜਾਂ ਸੰਗਤ ਵਿੱਚ ਬਹਿੰਦੇ ਆ, ਸਾਡਾ ਮਨ ਨਹੀਂ ਲੱਗਦਾ, or we don't understand, or they try and avoid going. But why is it so important that they should come and sit in the sangat? And because it's completely different what you gain whilst you're sitting in the sangat than it is when you go out and you look for the information yourself and you try and self-teach yourself. But why is it important to be a part of the sangat?
ਅਗੇਨ ਵੈਰੀ ਗੁੱਡ ਪੁਆਇੰਟ। ਇਹਦੇ ਉੱਤੇ ਨਾ ਸਤਿਗੁਰਾਂ ਨੇ ਆਪਣੇ ਸਿੱਖ ਫੇਥ ਦੇ ਵਿੱਚ ਗ੍ਰੇਟ ਐਮਫਸਿਸ ਔਨ ਸਿਟਿੰਗ ਇਨ ਸੰਗਤ ਐਂਡ ਰਿਸਾਈਟਿੰਗ। ਇੱਕ ਤਾਂ ਸੰਗਤ ਦਾ ਔਰਾ ਹੁੰਦਾ ਹੈ ਨਾ, ਜੇ ਕੋਈ ਮਿਲੇ ਬਖਸ਼ਿਆ ਹੋਇਆ ਤੂੰ ਵੀ ਬਖਸ਼ਿਆ ਜਾ, ਜੇ ਕੋਈ ਇਹ we all have our aura around us. So when you come in contact with the positive aura, with ਬਖਸ਼ੀਆਂ ਹੋਈਆਂ ਰੂਹਾਂ ਦੇ, with the connected souls, you are engulfed, you are affected and you're covered by their aura, and so your own negativity, your own negative energies then change into positivity. So that is the main emphasis, that is the main I feel that's probably the main reason of going and sitting in Sangat. And we cannot ever discount Sadhguru Aap Birajman ne utte. We all say in words, Sadi Dasan Guran di De, Tan Guru Granth Sahib Ji Maharaj Pratak Birajman ne, only if you could just feel it, just feel in your mind, if imagine Guru Gobind Singh Ji Maharaj sitting on the throne and you're sitting in the Sangat, what would our conduct be? So this is another thing I would like to share on this opportunity with Sangat Ji. Ki when we go to Gurdwara, rather than expecting much from there, we must be aware of our own conduct, where we are going and what we are going there for. We are going there in the court of Guru Granth Sahib Ji. And only if you could just feel that within ourselves, that just let us see, when you're a recipient, then you go with your hands closed, cupped together, and then you can hold something in it. But if you go like this, what are we going to come back with? So no matter what you want to deliver, the deliverer may like to give you a lot, but if recipient is not ready, you know, Sadhguru Sacha kya kare jo sikha mein chu, wo ki karege, jo Maharaj to baithi ne den waste, par je leਣ ਵਾਲਾ ਹੈ ਨਹੀਂ, to connect. ਤੁਸੀਂ ਹਾਂ ਉਹੀ ਗੱਲ ਆ ਗਈ ਜੋ ਇਹਨਾਂ ਨੇ ਵੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਜਿਹੜਾ ਮੇਰੇ ਖਿਆਲ ਉਹ ਵੀ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਬਿਨ ਭਾਗਾਂ ਸਤ ਸੰਗ ਨਾਲ ਲੱਭੈ। ਤੁਸੀਂ ਸੰਗਤਾਂ ਨੂੰ ਹੋਰ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਆ, ਜਾਂ ਬਾਬਾ ਜਸਵੰਤ ਸਿੰਘ ਜੀ ਵੱਲੋਂ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਆ ਇਸ ਖਾਸ ਪ੍ਰੋਗਰਾਮ ਦੇ ਬਾਰੇ? ਬਾਬਾ ਜੀ ਦਾ ਦੇਖੋ ਜੀ, ਉਹ ਤਾਂ ਤਕਰੀਬਨ ਸ਼ੁਰੂ ਤੋਂ ਹੀ ਲੈ ਕੇ ਨਾ ਜੀ ਸੰਗਤਾਂ ਦੇ ਪਹਿਲੇ ਘਰਾਂ ਦੇ ਵਿੱਚ ਜਾਂਦੇ ਰਹੇ ਨੇ, ਜਦੋਂ ਪਹਿਲੇ ਆਏ ਨੇ, ਤੇ ਘਰ ਘਰ ਦੇ ਵਿੱਚ ਅੱਜ ਮੈਂ ਦੇਖਿਆ ਕਿ ਕਾਫੀ ਜਣੇ ਸੁਖਮਨੀ ਸਾਹਿਬ ਦੇ ਪਾਠ ਕਰ ਰਹੇ ਨੇ, ਰਲ ਮਿਲ ਕੇ ਕਰ ਰਹੇ ਨੇ। ਇਹ ਬਾਬਾ ਜੀ ਨੇ ਪਹਿਲੇ ਸ਼ੁਰੂ ਕਰਾਇਆ ਸੀਗਾ। ਅੱਛਾ ਜੀ। ਤੇ ਹੁਣ ਤੇ ਤਕਰੀਬਨ ਦੇਖਿਆ ਕਈ ਜਗ੍ਹਾ ਮੈਂ ਸੁਣਿਆ ਹੈ ਜੀ ਕਿ 5-10 ਪਰਿਵਾਰ ਇਕੱਠੇ ਹੋ ਜਾਂਦੇ ਨੇ ਤੇ ਇੱਕ ਪਾਸੇ ਤੇ ਗੁਰਦੁਆਰੇ ਦੇ ਜਿਹੜੇ ਸੀਗੇ ਕਾਰਜ ਆਰੰਭ ਕੀਤੇ, ਪਰ ਜਿਹੜਾ ਘਰ ਘਰ ਦਾ ਨਾ ਉਹ ਅੱਜ ਵੀ ਚੱਲ ਰਿਹਾ। ਉਹ ਸੁਖਮਨੀ ਸਾਹਿਬ ਦੇ ਪਾਠ ਹੋਣ ਦੇ ਨੇ ਘਰ ਘਰ ਦੇ। ਅੱਛਾ, ਤੁਹਾਡੀ ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ। ਆਓ ਅਸੀਂ ਇੱਕ ਲਾਈਨ ਦੇ ਵੱਲ ਚੱਲਦੇ ਹਾਂ। ਗੁਰਵਿੰਦਰ ਸਿੰਘ ਜੀ ਕੋਹਲੀ ਸਾਡੇ ਨਾਲ ਲਾਈਨ ਤੋਂ ਜੁੜੇ ਨੇ, ਆਓ ਉਹਨਾਂ ਨੂੰ ਅਸੀਂ ਪਹਿਲਾਂ ਫਤਿਹ ਬੁਲਾਉਂਦੇ ਹਾਂ। ਕੋਹਲੀ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡੇ ਕੋਲ ਪਹੁੰਚੇ ਹਨ ਸੁਰਿੰਦਰ ਸਿੰਘ ਜਗਦੇਵ ਜੀ ਤੇ ਬਲਦੇਵ ਸਿੰਘ ਜੀ, ਤੇ ਤੁਸੀਂ ਦੱਸੋ ਕਿ ਸਾਊਥ ਹਾਲ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ, ਇਹ ਜਿਹੜਾ ਬਾਗ ਦਾ ਜੋ ਖਾਸ ਸਮਾਗਮ ਹੋ ਰਿਹਾ ਹੈ ਲੈਸਟਰ ਦੇ ਵਿੱਚ? ਹਾਂਜੀ, ਜਿਹੜਾ ਮਾਘ ਦਾ ਮਹੀਨਾ ਹੈ ਜੀ, ਇਹ ਜਿਹੜੇ ਮਹਾਂਪੁਰਖ ਸੰਤ ਬਾਬਾ ਜਸਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਜੀ ਪਹਿਲੇ ਦਿਨ ਤੋਂ ਹੀ ਸਾਊਥ ਹਾਲ, ਜੋ ਕਿ ਅੱਜ ਤੋਂ 27-28 ਸਾਲ ਪਹਿਲੇ ਉਹਨਾਂ ਨੇ ਸਟੈਬਲਿਸ਼ ਕੀਤਾ ਸੀ। ਸੁਰਿੰਦਰ ਸਿੰਘ ਜੀ ਵੀ ਸਾਡੇ ਨਾਲ ਇੱਥੇ ਉਹ ਸੇਵਾ ਕਰਿਆ ਕਰਦੇ ਸੀ, ਹੁਣ ਵੀ ਕਰਦੇ ਆ ਜੀ ਜੀ, ਪਰ ਹੁਣ ਉਹਨਾਂ ਦਾ ਜ਼ਿਆਦਾ ਰੁਝਾਨ ਲੈਸਟਰ ਸੈਂਟਰ ਵੱਲ ਚਲਾ ਗਿਆ, ਉੱਥੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਜੀ। ਮਹਾਂਪੁਰਖਾਂ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਮਾਘ ਦੇ ਮਹੀਨੇ ਦਾ ਸਿਮਰਨ ਦਾ ਮਹੱਤਵ ਬਹੁਤ ਸੰਗਤਾਂ ਦੇ ਮਨ ਵਿੱਚ ਜ਼ੋਰ ਸ਼ੋਰ ਨਾਲ ਭਰਿਆ ਜੀ। ਸੋ ਹਰ ਮਾਘ ਦੇ ਮਹੀਨੇ ਤੇ ਇੱਥੇ ਸਾਊਥ ਹਾਲ ਵਿਖੇ ਅੰਮ੍ਰਿਤ ਵੇਲੇ ਸਿਮਰਨ ਦੇ ਵਿੱਚ ਬਹੁਤ ਸੰਗਤਾਂ ਜੁੜਨੀਆਂ। ਇਸ ਵਾਰੀ ਦਾਸ ਨਹੀਂ ਜਾ ਸਕੇ, ਸੇ ਠੀਕ ਨਹੀਂ ਸੀ। ਸੇਮ ਥਿੰਗ ਲੁਧਿਆਣਾ ਦੇ ਵਿੱਚ, ਸੇਮ ਥਿੰਗ ਲੈਸਟਰ ਦੇ ਵਿੱਚ, ਜਿਹੜਾ ਕਿ ਗੁਰਦੁਆਰਾ ਗੁਰੂ ਪੰਥ ਪ੍ਰਕਾਸ਼, ਜੋ ਕਿ ਮਹਾਂਪੁਰਖਾਂ ਨੇ ਕਿਹਾ ਸੀ ਕਿ ਇਹ ਮਿਡਲੈਂਡ ਨਹੀਂ ਪੂਰੇ ਯੂਰਪ ਨੂੰ ਚਾਨਣਾ ਦੇਵੇਗਾ ਗੁਰਦੁਆਰਾ, ਜੋ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈ ਜੀ। ਉੱਥੇ ਰੈਗੂਲਰ ਪੂਰੇ ਮਾਘ ਦੇ ਮਹੀਨੇ ਸਿਮਰਨ ਤੇ ਅਖੰਡ ਪਾਠ ਸਾਹਿਬ ਚੱਲਦੇ ਆ। ਫਿਰ ਉਹ ਮਾਘ ਦੇ ਮਹੀਨੇ ਦੇ ਐਂਡ ਤੇ ਜਾਂ ਜਿਹੜੀ ਵੀ ਕਨਵੀਨੀਅੰਟ ਡੇਟ ਹੈ, ਉੱਥੇ ਹਰ ਸਾਲ ਕਈ ਵਾਰੀ ਤੇ ਪਾਸਟ ਵਿੱਚ 21 ਅਖੰਡ ਪਾਠ ਵੀ ਹੋਏ ਆ ਇਕੱਠੇ। ਚਲੋ ਮਹਾਰਾਜ ਮਿਹਰ ਕਰੇ, ਇਸ ਵਾਰੀ 16, 17, 18 ਨੂੰ ਉੱਥੇ 11 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਜਿਹਦੇ ਵਿੱਚ
कि जो ये प्रोग्राम किया जाता है ओबीअसली एक पिता एक इसके हम बारक सुरिंदर सिंह जी इत्थों ही बाबा जी के थापे हुए सेवादार हुण लेस्टर मेन सेवा कर रहे साडे इत्थे भी ट्रस्टी ने साडे ट्रस्ट दे ते साडे सारिਆਂ ਦਾ फर्ज बनता है कि ਅਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਸੇਵਾ ਦੇ ਹੱਥ ਵਡਾ ਸਕੀਏ ਜਿਹੜੀਆਂ ਇੱਥੋਂ ਦੀਆਂ ਸੰਗਤਾਂ ਨੇ ਉਹ ਸਮਾਗਮ ਤੇ ਵੀ ਉਹਨੀਆਂ ਐਕਸਾਈਟਡ ਹੁੰਦੀਆਂ ਤੇ ਇੱਕ ਮਿਨੀ ਸਮਾਗਮ ਟਾਈਪ ਉਹਨਾਂ ਲਈ ਹੋ ਜਾਂਦਾ ਹੈ ਜੋ ਕਿ ਇੰਗਲੈਂਡ ਦੇ ਵਿੱਚ ਹੁੰਦਾ ਹੈ ਹਰ ਸਾਲ ਨੋਰਮਲੀ ਫਗਣ ਦੇ ਮਹੀਨੇ ਦੇ ਵਿੱਚ ਮਾਘ ਦੇ ਮਹੀਨੇ ਨੂੰ ਕੰਪਲੀਟ ਕਰਨ ਲਈ ਉਹਦੇ ਲਈ ਕਾਫੀ ਸੰਗਤਾਂ ਨੇ ਇੱਥੋਂ ਲੰਡਨ ਤੋਂ ਜੀ ਅਖੰਡ ਪਾਠ ਸਾਹਿਬ ਬੁੱਕ ਕਰਾਏ ਹਨ ਐਂਡ ਕਾਫੀ ਸੰਗਤਾਂ ਇੱਥੋਂ ਦੀ ਫਰਾਈਡੇ ਨੂੰ ਐਂਡ ਸੈਟਰਡੇ ਨੂੰ ਚਲੀਆਂ ਜਾਣਗੀਆਂ क्योंकि उन्होंने अखंड पाठ साहब लंगर की सेवा सारी सेवा लीती हुई है वो सेवा करेंगे फिर संडे नू इत्थों दी काफी संगतां अपने कारां दे विच जा रही हैं जो मेजोरिटी ऑफ दी संगत है क्यों क्योंकि कोई कित्थे रहिंदा है सारे अपनी फ्लैक्सीबिलिटी मंगदे है पर गुरुद्वारा साहब दे विच बहुत बंदे ने बीबियां ने मातावां ने या कई बंदे ने बेचारे लॉन्ग जर्नी नहीं कर सकते उन्हां दे जोश नूं देखदे होए असीं पहले एक कोच बुक कीती सी 52 सीट्स सी फिर संगतां होर सीटां मंगदियां सी सानूं दूजी कोच नहीं मिली पर असीं डबल कोच कर लई जिहदे च 85 सीटां ने पर ਸਾਡੇ ਕੋਲ ਜਿਹੜੀ ਲਿਸਟ ਹੈ ਉਹਦੇ ਚ 115 ਬੰਦਿਆਂ ਦੇ ਨਾਮ ਆ ਚੁੱਕੇ ਹਨ ਅਸੀਂ ਉਸ ਦਿਨ ਡਬਲ ਕੋਚ ਤੇ ਨਾਲ 4 5 6 ਸੇਵਾਦਾਰਾਂ ਦੀਆਂ ਕਾਰਾਂ ਲਗਾ ਕੇ ਉੱਥੇ ਹੁਮ ਆ ਕੇ ਪਹੁੰਚਾਂਗੇ ਉੱਥੇ ਜਾ ਕੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਸਾਡੇ ਗਿਆਨੀ ਜੀ ਗਿਆਨੀ ਗੁਰਮੁਖ ਸਿੰਘ ਜੀ ਸਰਦਾਰ ਜਗਦੀਪ ਸਿੰਘ ਜੀ ਭੁਪਿੰਦਰ ਸਿੰਘ ਜੀ ਉਹ ਵੀ ਕੀਰਤਨ ਦੇ ਵਿੱਚ ਆਪਣਾ ਹਿੱਸਾ ਲੈਣਗੇ ਤੇ ਇੱਥੋਂ ਦੀ ਹੋਰ ਕੋਈ ਵੀ ਸੇਵਾ ਹੋਏਗੀ ਜਿਹੜੀ ਸੰਗਤ ਹੈ ਉਹ ਉੱਥੇ ਜਾ ਕੇ ਹਰ ਹਾਲਤ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਸੇਵਾ ਕਰਨਗੇ ਤੇ बाकी ये साडे लई बड़े भागां दी गल है कि सरदार सुरिंदर सिंह जी जगदेव जो कि साडे नाल को ट्रस्टी हैं जो बाबा जी ने ट्रस्ट बनाया होया इंग्लैंड दे विच ते लेस्टर दे विच बड़े तन मन धन दे नाल सेवा निभा रहे हैं उन्हां दे नाल सरदार बलदेव सिंह जी ठेठी बैठे हैं उन्हां दे क्या कहने बई ओ ते समझो कि साडे सारिਆਂ ਦਾ दिल ही जित के लै गए हैं अज दी डेट दे विच मैं थोड़ा जिहा अद्धे सैकेंड 10 सैकेंड जाना कि सोसाइटी दे विच इंटरफेथ मैरिज दा एक बहुत वड्डा इशू आया होया पर ये सिंह बैठे हैं इन्हां ने जी जैपनीज लेडी दे नाल विआह कीता वैल सैटल इन लाइफ सेवा करदे करदे रिटायर्ड हो गए हैं इन्हां दे दोनों बच्चे वैल सैटल हैं साडे एक होर सेवादार ने सतपाल सिंह जी ठेठी वो फ्रेंच वूमन नाल उन्हां दा विआह होया सी उन्हां दे 3 बच्चे ने वैल सैटल 2 मैरिड ने एक दा हुण विआह हो जाना सो ये जेडे बच्चे जेडे इंटरफेथ दी असीं अज गल करदे हां ये बंदे सेवा कर करके रिटायर्ड होए गुरुद्वारे क्योंकि इन्हां नूं इन्हां दी मिसिस ने पूरी सपोर्ट कीती है और वो गुरुद्वारे जो आंदी है जी एक गल मनी जाती सी कि जैपनीज आर नोन फॉर अरेंजिंग द फ्लावर तुसीं हैरान होवोगे कि इन्हां दी मिसिस ने किन्ने साल गुरुद्वारे फ्लावर की सेवा की है वो जेडे फ्लोरिस्ट सानू 500 पाउंड मंगते सी वो सवेरे 4 बजे मार्केट जाके समान लिया के 50 पाउंड विच वो फ्लावर लगाते सी कि फ्लोरिस्ट आके उहदी फोटो खिंचा करते सी ओके जी सेवा गुरु महाराज जी गुरविंदर सिंह जी बहुत बहुत धन्यवाद साडे कोल समा काश साडे कोल होर हुंदा फिर तुहानूं असीं होर समा दिंदे ते इत्थे असीं तुहानूं तुहाडा धन्नवाद करदे हां नाल फतेह बुलाउंदे हां जी वाहिगुरू जी का खालसा वाहिगुरू जी की फतेह सुरिंदर सिंह जी बहुत माफी चाਹੁੰਦੇ ਆ ਕਿ ਸਮਾਂ ਸਾਡੇ ਕੋਲ ਬਹੁਤ ਲਿਮਟਿਡ ਆ ਇਹ ਦੱਸੋ ਕਿ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀਆਂ ਸੇਵਾਵਾਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਕਮਿਊਨਿਟੀ ਵਾਸਤੇ ਕੀਤੀਆਂ ਜਾਣ ਪ੍ਰੋਵਾਈਡ ਕੀਤੀਆਂ ਜਾਣ ਦੇਖੋ ਮੈਂ ਥੋੜੀ ਜਿਹੀ ਪਹਿਲਾਂ ਆਪਨੇ ਸਾਂਝ ਪਾਈ ਸੀ ਕਿ ਮਹਾਂਪੁਰਖਾਂ ਦਾ ਇਹ ਵਿਜ਼ਨ ਸੀਗਾ ਕਿ ਵੀ ਜੋ ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਜੋ ਸੁਨੇਹਾ ਸੀ ਨਾ ਜੀ ਉਹ ਸਾਰੇ ਪ੍ਰਾਣੀ ਮਾਤਰ ਸਾਰੀ ਦੁਨੀਆ ਵਾਸਤੇ ਸੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸੁਨੇਹਾ ਹੈ ਉਹ ਕੱਲੀ ਸਿੱਖਾਂ ਦੀ ਧਰੋਹਰ ਨਹੀਂ ਹੈ ਤੇ 4 ਵਰਨਾ ਸਾਰੀ ਦੁਨੀਆ ਵਾਸਤੇ ਇਟਸ ਅ ਯੂਨੀਵਰਸਲ ਮੈਸੇਜ ਵਾਹ ਸੋ ਉਹਦੇ ਪ੍ਰਥਾਏ ਗੁਰੂ ਘਰ ਦੇ ਵਿੱਚ ਉਹਨਾਂ ਨੇ ਫਿਰ ਇਹ ਇੱਕ ਹੁੰਦਾ ਨਾ ਕਿ ਲਿਵਿੰਗ ਬਾਈ ਐਗਜ਼ਾਮਪਲ ਮਹਾਂਪੁਰਖਾਂ ਨੇ ਹੋਰ ਇਹ ਸੋ ਦਾ ਇਹ ਇਕੱਲਾ ਸ਼ਬਦਾਂ ਵਿੱਚ ਹੀ ਨਾ ਬੱਝਿਆ ਰਹਿ ਜਾਵੇ ਸੋ ਵੀ ਵੈਲਕਮ not only interfaith meetings very vigorously at the Gurdwara. As I said, it came into being in 2005. All to baad we've been very active. Baba ji, ਉਹਨਾਂ ਦੀ ਪ੍ਰੇਰਨਾ ਸਰੋਤ
ਉੱਥੇ ਆਪਣੇ ਹਿੰਦੁਸਤਾਨ ਤੋਂ ਸਵਾਮੀ ਰਾਮਦੇਵ ਦੇ ਵਿਜ਼ਿਟਡ ਆਪਣਾ ਗੁਰਦੁਆਰਾ ਸਾਹਿਬ। ਹੋਰ ਧਰਮਾਂ ਦੇ ਜੈਨ ਮਤ ਦੇ ਜਿਹੜੇ ਉਹਨਾਂ ਦੇ ਮਹਾਂਪੁਰਖ ਸੀਗੇ ਉਹ ਜੱਗੀ ਵਾਸੂਦੇਵ, ਸੋ ਇਹ ਸਾਰੇ ਆ ਕੇ ਦੇ ਫੈਲਟ ਸੋ ਵੈਲਕਮ। ਤੇ ਉਹਨੇ ਸਾਰਿਆਂ ਨੇ ਆ ਕੇ ਸਿੱਖੀ ਦੀ ਗੱਲ ਕੀਤੀ, ਸਿੱਖ ਸਿਧਾਂਤਾਂ ਦੀ ਗੱਲ ਕੀਤੀ ਆ ਕੇ। American ambassador came to the Gurdwara to visit Gurdwara, again highly inspired by the Sikh principles. Then he talked about adopting Sikh values into the legislation, into the way of life. ਅੱਛਾ, ਉਹ ਤੋਂ ਬਾਅਦ ਫਿਰ ਜਿਹੜੀ ਸਾਨੂੰ ਵੱਡੀ ਜੋ ਸਾਨੂੰ ਮਾਣ ਪ੍ਰਾਪਤ ਹੈ, ਜਿਹੜਾ wreath laying ceremony to commemorate the Remembrance Day, ਪਹਿਲੀ ਵਾਰੀ ਉਹ ਗੁਰੂ ਘਰ ਦੇ ਵਿੱਚ ਹੋਇਆ ਆਪਣੇ ਗੁਰਦੁਆਰਾ ਗੁਰਪੁਰਬ ਪ੍ਰਕਾਸ਼ ਦੇ। ਸੋ ਸਾਰੇ ਡਿਗਨਿਟਰੀ, ਸਾਰੇ ਕਮਾਂਡਰਸ, ਚੀਫ ਆਫ ਸਟਾਫ ਆਫ ਆਰਮੀ ਐਂਡ ਏਅਰ ਫੋਰਸ, they came to the ਗੁਰਦੁਆਰਾ ਐਂਡ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਜਿਹੜੇ ਰੀਸਲੇ ਕੀਤੇ। ਸੋ ਇਹਦੇ ਨਾਲ ਮੈਂ ਕਹਾਂ ਸਾਨੂੰ ਤਾਂ ਮਾਣ ਪ੍ਰਾਪਤ ਹੁੰਦਾ ਹੀ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਟਸ ਨੋਨ ਫੈਕਟ ਨਾਓ ਕਿ ਜਿਹੜੇ ਸਾਡੀਆਂ ਵੈਲਿਊਜ਼ ਨੇ ਇਹ ਸਾਰੀਆਂ ਵਰਲਡ ਵਾਈਡ ਨੇ। ਉਹ ਸਮਾਂ ਯਾਦ ਕਰੋ, ਕਿਸੇ ਵੇਲੇ ਮੀਰ ਮੈਨੂੰ ਕਹਿੰਦਾ ਸੀਗਾ ਕਿ ਸਿੱਖ ਮੁਕਾ ਦਿੱਤੇ, ਤੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ, ਦੋ ਸਿੰਘਾਂ ਨੇ ਖੜੇ ਹੋ ਕੇ ਜਸਟ ਟੂ ਪ੍ਰੂਵ ਕਿ ਸਿੱਖ ਮੁੱਕੇ ਨੇ। ਇਸ ਦਾ ਟੈਕਸ ਸਾਡੀ ਤਾਂ ਰਿਆਸਤ ਕਾਇਮ ਕੀਤੀ ਹੋਈ ਹੈ। ਤੇ ਇਸ ਵੇਲੇ ਦੁਨੀਆ ਦੇ ਵਿੱਚ ਕਿਹੜਾ ਮੁਲਕ ਹੈ, ਕਿਹੜਾ ਕੋਨਾ ਹੈ ਜਿੱਥੇ ਨਿਸ਼ਾਨ ਸਾਹਿਬ ਨਹੀਂ ਚੁੱਕ? ਕਿੰਨੇ ਮਾਣ ਦੀ ਗੱਲ ਹੈ। ਸੋ ਕਾਸ਼ ਸਾਡੇ ਕੋਲ, ਜਿਵੇਂ ਕਿ ਅਸੀਂ ਤੁਹਾਨੂੰ ਇੱਕ ਵਾਰ ਫਿਰ ਹੁਣ ਤੋਂ ਦਾਅਵਤ ਦਿੰਦੇ ਹਾਂ ਕਿ ਤੁਸੀਂ ਅਗਲਾ ਸਮਾਂ ਜਦੋਂ ਤੁਹਾਡੇ ਕੋਲ ਸਮਾਂ ਹੋਵੇ, ਸੋ ਤੁਸੀਂ ਜ਼ਰੂਰ ਸਾਡੇ ਕੋਲ ਆਓ। ਤਾਂ ਮੈਨੂੰ ਹੁਣ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲੀ ਆ ਕਿ ਅਸੀਂ ਇਸ ਪ੍ਰੋਗਰਾਮ ਨੂੰ, ਕਿਉਂਕਿ ਤੁਹਾਡੀਆਂ ਗੱਲਾਂ ਦੇ ਵਿੱਚ ਸਾਡੀ ਜਿਹੜੀ ਪ੍ਰੋਡਕਸ਼ਨ ਟੀਮ ਹੈਗੀ ਆ ਉਹ ਵੀ ਇੰਨਾ ਇੰਟਰਸਟ ਨਾਲ ਸੁਣਿਆ, ਉਹਨਾਂ ਨੇ ਕਹਿੰਦੇ ਅਸੀਂ ਸਮਾਂ ਥੋੜਾ ਐਕਸਟੈਂਡ ਕਰ ਸਕਦੇ ਆ। ਸੋ ਵੀ ਵਾਹਿਗੁਰੂ ਦੀ ਕਿਰਪਾ ਹੈਗੀ ਆ ਮੇਰੇ ਖਿਆਲ ਕਿ ਅਸੀਂ ਇਹੋ ਜਿਹੀਆਂ ਗੱਲਾਂ, ਦੇਖੋ ਅਸੀਂ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਕਾਰਜ ਕਰਦੇ ਆ, ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਵਾਸਤੇ ਜਿਹੜਾ ਚੰਗਾ ਕਾਰਜ ਕਿਹੜਾ ਹੈਗਾ, ਜਾਂ ਅਸੀਂ ਟਾਈਮ ਪਾਸ ਕਰ ਰਹੇ ਹੈਗੇ। ਜਿਹੜੇ ਆਹ ਪਲ ਹੈਗੇ ਆ, ਇਹ ਜਿਹੜੀ ਸਾਡੀ ਆਵਾਜ਼ ਹੈਗੀ ਆ ਸਾਰੀ ਦੁਨੀਆ ਦੇ ਵਿੱਚ ਜਾ ਰਹੀ ਹੈਗੀ ਆ। ਉਹਨਾਂ ਮਹਾਂਪੁਰਖਾਂ ਦਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਜਿਹੜਾ ਹੈਗਾ ਆ, ਜੋ ਤੁਹਾਡੇ ਵਰਗੇ ਸੇਵਾ ਦਾ ਜਿਹੜੇ ਸੇਵਾ ਕਰਦੇ ਹੈਗੇ ਆ। ਔਰ ਮੈਨੂੰ ਇਸ ਗੱਲ ਦੀ ਵੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਜਿਹੜਾ ਕਿ ਸਾਡੇ ਕੋਲ ਸਮਾਂ ਨਹੀਂ ਇਸ ਵੇਲੇ, ਕਿ ਜੋ ਬਾਬਾ ਜੀ ਦੇ ਜਿਹੜੇ ਮਨੁੱਖਤਾ ਵਾਸਤੇ ਹੈਗੇ ਆ, ਉਹ ਐਡੇ ਵੱਡੇ ਪ੍ਰੋਜੈਕਟ ਹੈਗੇ ਆ, ਉਹਨਾਂ ਨੂੰ ਅੱਧੇ ਘੰਟੇ ਵਿੱਚ ਜਿਹੜਾ ਸਮੇਟਣਾ ਬੜਾ ਮੁਸ਼ਕਿਲ ਹੈ ਸਾਡੇ ਵਾਸਤੇ। ਕਿਉਂਕਿ ਅਸੀਂ ਅੱਜ ਦਾ ਜਿਹੜਾ ਸਮਾਂ ਇਹੀ ਰੱਖਿਆ ਸੀ ਕਿ ਜੋ ਮਾਘ ਦਾ ਮਹੀਨਾ, ਉਹਦੀ ਪਵਿੱਤਰਤਾ, ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਤੇ ਸੰਗਤਾਂ ਦਾ ਫਰਜ਼ ਕੀ ਬਣਦਾ ਹੈਗਾ ਆ, ਉਹਦੇ ਵਿੱਚ ਸੇਵਾ ਵੀ ਹੈਗੀ ਆ, ਸਿਮਰਨ ਵੀ ਹੈਗਾ। ਦੋ ਹੀ ਇਹ ਥੰਮ ਨੇ ਮੇਰੇ ਖਿਆਲ ਇਹ ਜ਼ਿੰਦਗੀ ਦੇ। ਇਹਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਸੰਗਤਾਂ ਨੂੰ, ਕਿਉਂਕਿ ਇਹ ਸਾਲ ਬਾਅਦ ਪ੍ਰੋਗਰਾਮ ਆਉਣਾ ਹੈਗਾ ਆ, ਤੁਸੀਂ ਬੜੇ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਹੋ, ਯਤਨ ਕਰ ਰਹੇ ਹੋ, ਤੇ ਹੋਰ ਤੁਸੀਂ ਇਹਦੇ ਬਾਰੇ ਹੋਰ ਕੀ ਐਡ ਕਰਨਾ ਚਾਹੁੰਦੇ ਆ? ਜਿੱਦਾਂ ਮੈਂ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਸਮੇਂ ਦੀ ਘਾਟ ਹੈ, ਪਰ ਵੈਸੇ ਵੀ ਇਸ ਵਿਸ਼ਾਲ ਸਮੁੰਦਰ ਨੂੰ ਕੁਝ 'ਚ ਬੰਦ ਕਰਨਾ ਨਹੀਂ ਮੁਸ਼ਕਲ ਹੈ ਬਹੁਤ। ਇਹ ਤਾਂ ਭਾਵਨਾ ਦੀ ਤੇ ਸਮਝਣ ਦੀ ਗੱਲ ਹੈ ਜੀ। ਪਰ ਮੈਂ ਸਾਰੇ ਸੰਗਤਾਂ ਤਾਈਂ ਇਹੀ ਹੱਥਬੰਨ ਬੇਨਤੀ ਕਰੂੰਗਾ ਕਿ ਸਾਧ ਸੰਗਤ ਜੀਓ, ਆਓ, ਹੁਮ ਕੇ ਪਹੁੰਚੋ, ਜੋ ਸਤਿਗੁਰਾਂ ਦਾ ਉਪਦੇਸ਼, ਆਓ ਰਲ ਮਿਲ ਕਰਕੇ ਬੈਠ ਕੇ ਕੀਰਤਨ ਸ਼ਬਦ ਬਾਣੀ ਸੁਣ ਕੇ ਆਪ ਅਸੀਸਾਂ ਦੇ ਪਾਤਰ ਬਣੀਏ ਤੇ ਸਾਨੂੰ ਵਡਭਾਗੀ ਬਣਾਓ, ਕਿਰਤਾਰਥ ਕਰੋ। ਜ਼ਰੂਰ ਪਰ ਜ਼ਰੂਰ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਪ੍ਰੋਗਰਾਮ ਆਪ ਜੀ ਨੇ ਸਕਰੀਨ ਦੇ ਉੱਪਰ ਦੇਖ ਹੀ ਲਿਆ ਹੋਣਾ। ਔਰ ਇਹ ਜੋ ਸਤਿਪੁਰਖਾਂ ਦੀ ਸੰਗਤ ਤੋਂ ਬਿਨਾਂ ਜੀਵ ਦਾ ਉਧਾਰ ਹੋ ਨਹੀਂ ਸਕਦਾ ਜੀ। ਹਾਂਜੀ, ਇਹ ਐਮਫੈਸਿਸ ਹੈ, ਇਹ ਜੀਵ ਨੂੰ ਸਮਝਣਾ ਹੀ ਪਵੇਗਾ, ਕੱਟੜਵਾਦੀ ਹੋਣ ਦੀ ਬਜਾਏ ਜੀ। ਜੋ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਉਦੇਸ਼, ਜੋ ਉਪਦੇਸ਼, ਉਹ ਸਮਝਣਾ ਹੀ ਪਵੇਗਾ, ਤਾਂ ਹੀ ਜੋ ਸੱਚ ਦੇ ਮਾਰਗ ਤੇ ਚੱਲਿਆ ਜਾ ਸਕਦਾ, ਤਾਂ ਹੀ ਮੰਜ਼ਿਲ ਦੀ ਪ੍ਰਾਪਤੀ ਹੋਵੇਗੀ। ਜਿਹੜਾ ਜੁੜਿਆ ਹੋਇਆ ਉਹ ਹੀ ਜੋੜ ਸਕਦਾ ਤੁਹਾਨੂੰ। ਵਾਹ, ਇਹ ਵੀ ਜਿਵੇਂ ਕਿ ਮਹਾਂਪੁਰਖ ਬਚਨ ਕਰਦੇ ਆ ਕਿ ਜਗਿਆ ਹੋਇਆ ਦੀਵਾ ਹੀ ਬੁਝੇ ਨੂੰ ਜਗਾ ਸਕਦਾ। ਬਿਊਟੀਫੁਲ ਐਨਾਲੋਜੀ, ਬਹੁਤ ਮੇਰੇ ਖਿਆਲ। ਦੇਖੋ ਅਸੀਂ ਕਹਿੰਦੇ ਹੈਗੇ ਆ ਗੁਰੂ ਸਾਹਿਬ ਨੂੰ ਅਸੀਂ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਪਰ ਉਹਦੇ ਵਿੱਚੋਂ ਕਈ ਵਾਰੀ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਕਿ ਸਾਨੂੰ ਗੁਰਬਾਣੀ ਕਹਿ ਕੀ ਰਹੀ ਹੈਗੀ ਆ। ਪਰ ਉਹ ਵੀ ਮਹਾਂਪੁਰਖ ਹੈਗੇ ਆ ਜਿਹੜੇ ਸਾਨੂੰ ਭਲੀ ਭਾਂਤ ਦਰਸਾਉਂਦੇ ਆ। ਔਰ ਤੁਹਾਡੇ ਬਾਰੇ ਸੰਗਤਾਂ ਦੇ ਉੱਤੇ ਬੜੀ ਮਹਾਰਾਜ ਦੀ ਬਖਸ਼ਿਸ਼ ਹੋਈ ਆ। ਜੋ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਮਾਘ ਦਾ ਮਹੀਨਾ, ਖਾਸ ਤੌਰ 'ਤੇ ਉਹਦੀ ਉਸ ਯਾਦ ਨੂੰ ਤੁਸੀਂ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ,
ਪਰਿਵਾਰਾਂ ਦੀ ਸੇਵਾ ਦੇ ਰਾਹੀਂ ਤੁਸੀਂ ਹੋਰ ਵਧਾਉਣਾ ਚਾਹੁੰਦੇ ਆ। ਸੁੱਖੀ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਬੱਚਿਆਂ ਨੂੰ ਕਿੱਦਾਂ ਅਸੀਂ ਵਿੱਚ ਉਹਦੇ ਵਿੱਚ ਐਡ ਕਰਨਾ ਹੁੰਦਾ ਹੈ। And before you just say, I wanted to just say, can you explain why the month of Magh is so important, just in English for anybody that doesn't know? I mean, I thought that was so important. Month of Magh has actually been considered as a very pious month through our old and ancient Vedas. So Guru Sahib, as I said earlier on, Guru Sahib never negated whatever has been endorsed or written in Vedas, but he gave it a new meaning. So Magh Mahina has always been, put it this way, Magh Mahina, it starts in January, right? Okay, Now, if you can actually adopt Guru Sahib's Upadesh and actually, as we have repeatedly discussed, go to Simran every morning, you know, then your body will actually, you will get into that kind of routine. Yeah. And perhaps adopt that routine for the rest of the year. Okay. And before it fades out, and then January starts. I was going to say a bit like when they have a New Year's resolution that they try and change something. Absolutely. I mean, that's the very simple way looking at it. Very simple way of looking at it. Okay. If I can just add my understanding of it. जी. You know, the sun, the earth orbits around the sun. Yeah. The earth moves far away, and then during the month of Magh, it's moving towards the earth. So it's the period of light now, period of bringing enlightenment. So that is where the base would start from. That's another scientific meaning to it. Approval of that. ਮੇਰੇ ਖਿਆਲ ਦੇ ਵਿੱਚ ਸਾਨੂੰ ਇਹੀ ਦਿੱਕਤ ਕਈ ਵਾਰੀ ਆਉਂਦੀ ਆ। ਸੁੱਖੀ ਨੇ ਜ਼ਿਆਦਾ ਐਕਸਪੀਰੀਅੰਸ ਕੀਤਾ ਹੋਣਾ ਜਿਹੜੇ ਇੱਥੇ ਦੇ ਬੱਚੇ ਹੈਗੇ ਆ। ਜਿਹੜਾ ਪ੍ਰਕਾਸ਼ ਆ ਗੁਰਬਾਣੀ ਵਿੱਚ ਹੈ ਨਾ, ਉਹ ਪ੍ਰਕਾਸ਼ ਹਲੇ ਵੀ ਬਹੁਤ ਸਾਰੀਆਂ ਮੈਂ ਕਹਾਂਗਾ ਕਿ ਰੂਹਾਂ ਜਾਂ ਆਤਮਾਵਾਂ ਨੇ ਜਿਨ੍ਹਾਂ ਤੱਕ ਉਹ ਨਹੀਂ ਪਹੁੰਚ ਰਿਹਾ ਹੈਗਾ, ਜਾਂ ਉਹ ਕਿਤੇ ਨਾ ਕਿਤੇ ਸਾਡੇ ਜਿਹੜੇ ਪ੍ਰਚਾਰਕ ਹੈਗੇ ਆ ਅਸੀਂ ਨੈਗੇਟਿਵ ਤਰੀਕੇ ਨਾਲ ਨਹੀਂ ਲੈ ਰਹੇ ਹੈਗੇ, ਪਰ ਉਹਦੇ ਵਿੱਚੋਂ ਅਸੀਂ ਇੰਪਰੂਵ ਕਰਨਾ ਆਪਣੇ ਆਪ ਨੂੰ, ਹੈ ਨਾ। ਤਾਂ ਜਿਹੜਾ ਉਹ ਪ੍ਰਕਾਸ਼ ਆ ਉਹਨੂੰ ਅਸੀਂ ਕਿੱਦਾਂ ਪਹੁੰਚਾ ਸਕਦੇ ਆ ਉਹਨਾਂ ਰੂਹਾਂ ਤੱਕ, ਉਹਨਾਂ ਆਤਮਾਵਾਂ ਤੱਕ। ਇਹ ਸਾਡਾ ਸਾਰਿਆਂ ਦਾ ਮੇਰੇ ਖਿਆਲ ਗੁਰੂ ਨਾਨਕ ਦੇਵ ਜੀ ਦੇ ਜੇ ਕਹਿ ਦਈਏ ਕਿ ਫਾਲੋਅਰ ਹੋਣ ਦਾ ਇੱਕ ਵੱਡਾ ਸਾਡਾ ਫਰਜ਼ ਬਣਦਾ। You're doing an excellent job on that. It's through word, ਹੈ ਨਾ। ਅੱਖਰੀ ਲਿਖਣ ਬੋਲਣ ਬਾਣ ਅਕਰਾਸ ਸਹਿਯੋਗ, ਅੱਖਰਾਂ ਦੇ ਨਾਲ, words ਦੇ ਨਾਲ ਇਹ ਮੈਸੇਜ ਇਜ਼ ਨਾਟ ਐਨ ਆਈਡਲ ਵਰਸ਼ਿਪ ਮੱਥਾ ਟੇਕੋ ਤੇ ਉਧਾਰ ਹੋ ਜਾਊਗਾ। No, you have to listen, adopt, and then lead your life. Wow. So बहुत simple Maharaj the message है, and you are doing an excellent job. I think we are into the next step in our lives, and especially us in our age group. We are experiencing a revolution of information technology and sharing. Look at through the TV channels. Now this information is shared with so many people across the world. Of course. And but ਇਹਦੇ ਨਾਲ ਹੀ ਉਧਾਰ ਹੋਣਾ। And it's a message ਜਦ ਤੱਕ ਨਾ ਪਹੁੰਚੂਗਾ, question ਨਾ ਪੁੱਛਿਆ ਜਾਊ, ਆਨਸਰ ਨਾ ਮਿਲੂ, satisfactory correct answer ਨਾ ਮਿਲੂ, ਉਦੋਂ ਤੱਕ ਜਿਗਿਆਸੂ ਪੁੱਛਦਾ ਰਹੇਗਾ ਜੀ। ਜਿਸ ਲਈ ਮਿਲ ਗਿਆ ਉਹ satisfied ਹੋ ਗਿਆ, ਉਹ they will then adopt। ਤੁਸੀਂ ਆਮ ਤੌਰ ਤੇ ਇੱਕ ਸ਼ਬਦ ਵਰਤਦੇ ਨੇ ਹੋਕਾ ਸ਼ਬਦ, ਜਿਹੜਾ ਅਸੀਂ ਸੁਨੇਹਾ ਦੇਣਾ ਹੁੰਦਾ। ਸਿੱਖ ਚੈਨਲ ਦਾ ਇਹ ਮੇਰੇ ਖਿਆਲ ਪਹਿਲੇ ਦਿਨ ਤੋਂ ਸਿਧਾਂਤਕ ਫਰਜ਼ ਇਹ ਆ ਕਿ ਜੋ ਸਿੱਖ ਵੈਲਿਊਜ਼ ਹੈਗੀਆਂ ਆ, ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈਗੀ ਆ, ਉਹਨੂੰ ਅਸੀਂ ਸੰਸਾਰ ਤੱਕ ਪਹੁੰਚਾਉਣਾ ਆ। ਔਰ ਇਹਦੇ ਵਿੱਚ ਜੇ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਹੈਗੇ, ਜਿਹੜੀ ਟੀਮ ਵਰਕ ਹੁੰਦਾ ਹੈਗਾ ਆ। ਹੁਣ 11 ਤੋਂ ਬਜਾਈ 15 ਪਲੇਅਰ ਖੇਡਦੇ ਹੈਗੇ ਆ, ਉਹਨਾਂ ਦਾ ਮੋਟਿਵ ਇੱਕੋ ਹੁੰਦਾ ਕਿ ਅਸੀਂ ਜਿੱਤ ਪ੍ਰਾਪਤ ਕਰਨੀ ਹੈ। ਸੋ ਇਹ ਟੀਮ ਵਰਕ ਹੈਗਾ ਆ, ਇਕੱਲਾ ਅਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਜਿਹੜੇ ਹੈਗੇ ਆ, we are part of you are part of Sikh channel, so that's the beautiful thing ਮੇਰੇ ਖਿਆਲ ਦੇ ਵਿੱਚ ਅਸੀਂ ਸ਼ੇਅਰ ਕਰਦੇ ਆ ਜਿਹੜੇ ਆਪਣੇ ਵਿਚਾਰ ਹੈਗੇ ਆ। ਔਰ ਦੁਨੀਆ ਦੇ ਵਿੱਚ ਦੇਖੋ ਇਸ ਵੇਲੇ ਸਾਡੀ ਆਵਾਜ਼ ਅਣਗਿਣਤ ਦੇਸ਼ਾਂ ਦੇ ਵਿੱਚ ਪਹੁੰਚ ਰਹੀ ਹੈਗੀ ਆ, ਔਰ ਇਹ ਗੁਰੂ ਜੀ ਦਾ ਉਪਦੇਸ਼ ਹੈਗਾ, ਉਹਦੀ ਬਾਣੀ ਆ, ਉਹਦੀ ਸਿਫਤ ਸਲਾਹ ਹੈਗੀ ਆ ਜਿਹੜੀ ਕਿ ਅਸੀਂ ਕਰਨੀ ਚਾਹੁੰਦੇ ਆ। ਔਰ ਲੰਗਰ ਵੀ ਪਹੁੰਚ ਰਹੇ, ਗਰੀਬਾਂ ਤੱਕ ਪਹੁੰਚਣ ਡਿਆ ਹੋਇਆ ਇਸ ਵੇਲੇ ਦੁਨੀਆ ਦੇ ਵਿੱਚ ਪਹੁੰਚ ਰਿਹਾ। ਪਹਿਲੀ ਬਹੁਤ ਵਧੀਆ ਗੱਲ ਕੀਤੀ ਆ ਕਿ ਇਹ ਦਸਵੰਧ ਕਰਨਾ, ਦਸਵੰਧ ਸਿਰਫ ਵਸਤਾਂ ਦਾ ਨਹੀਂ ਹੈਗਾ, ਉਹ ਸਵਾਸਾਂ ਦਾ ਦਸਵੰਧ ਵੀ ਹੈਗਾ। ਗੁਰੂ ਸਾਹਿਬ ਕਹਿੰਦੇ ਆ ਤੁਸੀਂ ਜੇ 24,000 ਤੁਹਾਡੇ ਸਵਾਸ ਆ, ਤੁਸੀਂ ਉਹ ਜੋ 10% ਹੈ ਨਾ ਨਾਮ ਸਿਮਰਨ ਦੇ ਵਿੱਚ ਲਾਓ। ਤੁਸੀਂ ਕੰਮ ਵੀ ਕਰੀ ਜਾਓ, ਤੁਸੀਂ ਆਪਣਾ ਕੰਮ ਵੀ ਸਿਲਾਈ ਕਰਦੇ ਆ, ਬੁਣਤੀ ਕਰਦੇ ਆ, ਕਾਰਖਾਨੇ ਵਿੱਚ ਕੰਮ ਕਰਦੇ ਆ, ਗੈਰੇਜ ਵਿੱਚ ਕੰਮ ਕਰਦੇ ਆ, ਤੁਸੀਂ ਵਾਹਿਗੁਰੂ ਨਾਲ ਕਰੀ ਜਾ ਸਕਦੇ ਆ। ਸੋ ਇਹ ਜਿਹੜੀ ਮੇਰੇ ਖਿਆਲ ਬੜੀ ਵਧੀਆ ਐਨਾਲੋਜੀ ਹੈਗੀ। ਇੱਕ ਵਾਰ ਫਿਰ ਅਸੀਂ ਮੁੜ ਕੇ ਦੁਬਾਰਾ ਆਵਾਂਗੇ ਕਿ ਜੋ 16-17 ਨੂੰ ਕਿੰਨੇ ਵਜੇ ਵੈਸੇ ਤਾਂ ਪ੍ਰੋਗਰਾਮ ਦੇਖ ਵੀ ਲਿਆ ਹੈਗਾ ਸਾਰੇ ਸੰਗਤਾਂ ਨੇ, ਅਸੀਂ ਦੁਬਾਰਾ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਆਰੰਭਤਾ ਹੋ ਰਹੀ ਹੈ 16 ਤਰੀਕ ਨੂੰ ਸ਼ੁੱਕਰਵਾਰ ਨੂੰ, ਜਿਹੜਾ ਕਿ ਕੱਲ੍ਹ ਨੂੰ ਆ ਰਿਹਾ ਹੈਗਾ, ਤੇ ਕੱਲ੍ਹ ਨੂੰ ਕਿੰਨੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ ਜੀ।
ਫਿਰ 17 ਤਰੀਕ ਨੂੰ ਜੋ ਸਵੇਰੇ 10 ਵਜੇ ਮੱਧ ਦੀ ਅਰਦਾਸ ਹੋਵੇਗੀ ਜੀ। ਫਿਰ 11 ਤਰੀਕ ਨੂੰ ਠੀਕ 10 ਵਜੇ ਇਹ ਪੂਰੀ ਸਾਡੀ ਕੋਸ਼ਿਸ਼ ਰਹੇਗੀ ਵੀ 10 ਵਜੇ ਭੋਗ ਦੇ ਸ਼ਲੋਕ ਜਿਹੜੇ 18 ਤਰੀਕ ਨੂੰ ਤੇ ਜਿਹੜਾ ਪ੍ਰੋਗਰਾਮ ਅਸੀਂ ਉੱਥੇ ਲਿਖਿਆ ਹੋਇਆ ਜੀ, ਇਹ ਸਾਡਾ ਪੂਰੀ ਤਨਦੇਹੀ ਨਾਲ ਸਾਡੀ ਇਹ ਕੋਸ਼ਿਸ਼ ਹੋਵੇਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ, ਕਿ ਵੀ ਇਹਦਾ ਪੂਰਾ ਸਮੇਂ ਦੇ ਵਿੱਚ ਰਹਿ ਕੇ ਦਾ ਆਨੰਦ ਮਾਣਿਆ ਜਾ ਸਕੇ, ਤਾਂ ਕਿ ਜੋ ਸੁਖੀ ਨੇ ਕਿ ਮੋਰ ਦੈਨ 5 ਤੁਸੀਂ ਮੈਨੂੰ ਪੁੱਛਿਆ ਕਿ ਬੱਚਿਆਂ ਦਾ ਜਿਹੜਾ ਉਹ ਰੁਝਾਨ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਗੁਰੂ ਘਰ ਦੇ ਵਿੱਚ ਅਟੈਕ ਕਰ ਸਕਦੇ। ਇੱਕ ਤਾਂ ਜਿਹੜੀ ਉਹਨਾਂ ਦੀ ਦੇਖੋ parents have done a big thing to bring them to Gurdwara, and the kids have actually really crossed that hurdle and coming to Gurdwara. Now if we can engage them somehow, ਉੱਥੇ the Gurdwaras have to actually play a very active and thoughtful role ਕਿ ਬੱਚੇ ਜਿਹੜੇ ਆਏ ਆ ਇਹਨਾਂ ਨੂੰ ਕਿਸ ਤਰ੍ਹਾਂ engage ਕਿਸ ਤਰ੍ਹਾਂ ਕਰਨਾ। You have to speak in their language. They have come there not to just play around, cool run. They do because if they do because they're bored. Yeah. Their needs or their expectations are not being met or fed. I've seen many times when kids have come to the Gurdwara and, like you said, some are really young, they may not understand, but, Uncle Jarka Dandaya or some auntie will shout at them and they're like, we don't want to go to the Gurdwara, it's strict, it's this, that. Yeah, and it's that, they've come through the doors, we need to keep them coming in, and do you know what I mean? So I completely agree. It's a process, ਹੌਲੀ ਹਰ ਇੱਕ ਬੰਦਾ ਨਾ ਤਦੇ ਜਿਹੜਾ ਮਹਾਰਾਜ ਦਾ ਕਹਿੰਦੇ ਕਿ ਤਰੇ ਤਾਰੇ ਗੁਰਸਿੱਖ ਜਿਹੜੇ ਨਹੀਂ ਤਰ ਸਕਦੇ ਉਹਨਾਂ ਨੂੰ ਤਾਰਨਾ ਹੌਲੀ ਹੌਲੀ ਗਲਤੀਆਂ ਕਰਦੇ ਨੇ ਪਰ ਕੋਈ ਫਰਕ ਨਹੀਂ ਪੈਂਦਾ ਉਹਦਾ ਹੌਲੀ ਹੌਲੀ ਠੀਕ ਹੋ ਜਾਂਦਾ। ਖਿਆਲ ਦੇ ਵਿੱਚ ਸਿੱਖ ਚੈਨਲ ਦੀ ਟੀਮ ਗਈ ਸੀ ਜਿਹੜੀ ਤੁਸੀਂ ਦੱਸਿਆ ਹੈ ਕਿ ਅਕੈਡਮੀ ਆਫ ਸਿੱਖ ਸਟੱਡੀਜ਼ ਹੈ ਉੱਥੇ, ਉਹ ਬੱਚਿਆਂ ਦੇ ਨਾਲ ਗੱਲਾਂ ਕੀਤੀਆਂ, ਸਟਾਫ ਨਾਲ ਗੱਲਾਂ ਕੀਤੀਆਂ। ਕੋਸ਼ਿਸ਼ ਸਾਡੀ ਹੁੰਦੀ ਆ ਸਿੱਖ ਚੈਨਲ ਦੀ ਪਹਿਲੇ ਦਰਸ਼ਕੋ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਵੀ ਸਾਡੀ ਸਿੱਖ ਭਾਈਚਾਰੇ ਵਾਸਤੇ ਕੋਈ ਵਧੀਆ ਉਪਰਾਲੇ ਹੋ ਰਹੇ ਆ ਉਹਨਾਂ ਨੂੰ ਹਾਈਲਾਈਟ ਕਰਨਾ ਸਾਡਾ ਫਰਜ਼ ਬਣਦਾ ਹੈ। ਔਰ ਸਿੱਖ ਚੈਨਲ ਦੀ ਟੀਮ ਪਹੁੰਚੀ ਸੀ ਗੁਰਦੁਆਰਾ ਗੁਰਪੰਥ ਪ੍ਰਕਾਸ਼ ਵਿਖੇ, ਜਿਹੜਾ ਕਿ ਪ੍ਰੋਗਰਾਮ ਸਿੱਖ ਚੈਨਲ ਤੇ ਦਿਖਾਇਆ ਵੀ ਗਿਆ ਹੈ। ਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਹਾਂਪੁਰਖਾਂ ਦੇ ਜੋ ਇਹ ਉਪਰਾਲੇ ਹਨ, ਜੋ ਬਹੁਤ ਬੜਾ ਸਮਾਗਮ ਹੁੰਦਾ ਹੈ ਲੁਧਿਆਣੇ ਵਿੱਚ, ਉਹਦਾ ਸਿੱਖ ਚੈਨਲ ਹਰ ਸਾਲ ਪਿਛਲੇ 5-6 ਸਾਲ ਤੋਂ ਉਹਦੀ ਜਿਹੜੀ ਕਵਰਿੰਗ ਹੈਗੀ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜੋੜਦੇ ਆ ਨਾਲ, ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ, ਸੇਵਾਵਾਂ ਦੇ ਨਾਲ, ਲੰਗਰਾਂ ਦੀ ਸੇਵਾ ਕਿਵੇਂ ਹੋ ਰਹੀ ਆ। ਆਈ ਥਿੰਕ ਇਟਸ ਅਮੇਜ਼ਿੰਗ ਮਹਾਂਪੁਰਖਾਂ ਦਾ ਜਿਹੜਾ ਇਹ ਕਿਰਪਾ ਹੈਗੀ ਆ। ਇਹ ਜਿਹੜੀਆਂ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਹੋਣੇ, ਉਹਨਾਂ ਦਾ ਸੰਪਰਕ ਹੋਣਾ, ਦਰਸ਼ਨ ਹੋਣੇ, ਇਹ ਵੀ ਬੜਾ ਭਾਗ ਹੈ ਮੇਰੇ ਖਿਆਲ ਦੇ ਵਿੱਚ। Definitely, yeah. And I feel like I keep asking questions because I'm learning so much from you today, so I'm so sorry. But can you just tell us a little bit about life of Baba Jaswant Singh Ji, just because if anybody doesn't know, I'll be honest, I don't know a lot about him, so if you can tell me. Again, ਮੈਂ ਇੱਕ ਸ਼ਬਦ ਨਾਲ I'll repeat that analogy ਵੀ ਇਹ ਸਾਰੇ ਐਡੇ ਸਮੁੰਦਰ ਨੂੰ ਕੁਝ ਬੰਦ ਕਰਨਾ ਬੜਾ ਔਖਾ, ਬਹੁਤ ਮੁਸ਼ਕਿਲ ਹੈ। ਪਰ ਮਹਾਂਪੁਰਖਾਂ ਦਾ ਜੀਵਨ, ਉਹਨਾਂ ਦਾ ਮੈਂ ਵਰਲਡਲੀ ਤੌਰ ਦੇ ਉੱਤੇ, ਦੁਨਿਆਵੀ ਤੌਰ ਦੇ ਉੱਤੇ, ਵੈਸੇ ਤਾਂ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਬੰਦਾ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ, ਪਰ however I would say that I came in contact with him in 1985 and my ethos in my life until then were ਪੰਜਾਬੀ ਜਿਹਨੂੰ ਕਹਿੰਦੇ ਆ ਦੱਬ ਕੇ ਬਾਹ ਤੇ ਰੱਜ ਕੇ ਖਾ। When I was asked to meet Baba, I said, why do I need to see him? I go to Gurdwara. I'm blessed with 2 lovely boys and I have a beautiful running business. Why do I don't feel need? But after a lot of persuasion, I went to see him and I enjoyed the Kirtan. And believe you me, it was just one look that changed, just no words, just one look into my eyes, which changed the course of my life. Wow. From that day onwards. And I've been resisting to see him. I don't know if that answers your question. ਉਹਨਾਂ ਦੀ ਲਾਈਫ ਬਾਰੇ ਮੈਂ ਕੀ ਦੱਸਾਂ, ਪਰ ਦੁਨੀਆ ਜਿਹੜੇ ਮੈਂ this is 32 years ago. That's when I was born, so that's how long ago it was. Wow. So ਮੇਰੇ ਖਿਆਲ ਦੇ ਵਿੱਚ ਆਪਾਂ ਥੋੜੇ ਸ਼ਬਦਾਂ 'ਚ ਕਹਿ ਦਈਏ, ਉਹਨਾਂ ਦੀ ਸੰਗਤ ਨੂੰ, ਉਹਨਾਂ ਦੇ ਪ੍ਰਭਾਵ ਨੂੰ, ਉਹਨਾਂ ਦੀ ਦ੍ਰਿਸ਼ਟੀ ਨੂੰ ਤੁਸੀਂ ਮਹਿਸੂਸ ਕਰ ਸਕਦੇ ਆ। ਤੁਸੀਂ ਉਹਨੂੰ ਜਿੱਦਾਂ ਗੁੰਗੇ ਦੇ ਗੁੜ ਖਾਣ ਵਾਲੀ ਗੱਲ ਹੈ। Can I just add to that? You always tune instruments. Yeah. Always you have to tune tabla. You have to tune it. So somebody has to tune you too, because you are an instrument.
Yes. So if a person who knows how to tune you, you meet that. Wow. you meet that person, they tune you. Wow. To that vibration of the creator. ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਰੂਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਵਿੱਚ ਕਿੰਨੇ ਤਰ੍ਹਾਂ ਦੀਆਂ ਤਾਰਾਂ ਹੈਗੀਆਂ, ਉਹਨਾਂ ਤਾਰਾਂ ਵਿੱਚ ਕਿੰਨੇ ਤਰ੍ਹਾਂ ਦੀਆਂ ਸੁਰਾਂ ਹੈਗੀਆਂ। ਬਿਲਕੁਲ। ਪਰ ਮੇਰੇ ਖਿਆਲ ਦੇ ਵਿੱਚ ਹੈ ਨਾ ਇਹਦੇ ਵਾਸਤੇ ਸਾਨੂੰ ਇੱਕ ਹੋਰ ਟਾਈਮ ਚਾਹੀਦਾ, ਸਾਨੂੰ ਇੱਕ ਹੋਰ I could speak to you for hours and hours. Likewise. So much from you already, and we've only been speaking for the last 45 minutes. So, but it's, I do encourage anybody that's watching that do go along to this Samagam, which is taking place this weekend. So that's the 16th, 17th, and 18th in Leicester. I really want to go. Definitely, I'll be there. Want to go. An experience it. Join us, and let's all experience the vibration. ਜਿਵੇਂ ਅਸੀਂ ਗੱਲ ਕੀਤੀ ਹੈ ਕਿ ਸਮਾਂ ਸਮੇਂ ਦੇ ਨਾਲ ਸਾਨੂੰ ਚੱਲਣਾ ਪੈਂਦਾ, ਸਮੇਂ ਦੇ ਵਿੱਚ ਰਹਿਣ ਦੀ ਵੀ ਸਾਨੂੰ ਸਮੇਂ ਦੀ ਕਦਰ ਕਰਨ ਦੀ ਜਾਂਚ ਆਉਣੀ ਚਾਹੀਦੀ ਹੈ। ਮਹਾਂਪੁਰਖਾਂ ਨੇ ਸਾਨੂੰ ਬਹੁਤ ਚੀਜ਼ਾਂ ਸਮਝਾਈਆਂ ਹਨ। ਸਮਾਂ ਹੁਣ ਤਕਰੀਬਨ ਸਾਡਾ ਜਿਹੜਾ ਐਕਸਟੈਂਡਡ ਸਮਾਂ ਸੀ ਉਹ ਵੀ ਸਾਡਾ ਹੁਣ ਸਮਾਪਤ ਹੁੰਦਾ ਹੈ, ਪਰ ਇਹ ਜਿਹੜੀ ਸੁਖਜੀਤ ਨੇ ਗੱਲ ਕਹੀ ਆ ਕਿ ਇਸ ਆਨ ਗੋਇੰਗ ਪ੍ਰੋਸੈਸ, ਇਹ ਅੱਜ ਦੀ ਗੱਲ ਨਹੀਂ ਹੈਗੀ, 16, 17, 18 ਤੱਕ ਨਹੀਂ ਹੈਗੀ। ਜਿੱਦਾਂ ਗੁਰਬਾਣੀ ਸਾਨੂੰ ਕਹਿੰਦੀ ਹੈ ਇਸ ਆਨ ਗੋਇੰਗ ਪ੍ਰੋਸੈਸ, ਅਸੀਂ ਇਹਦੇ ਨਾਲ ਜੁੜੇ ਹੀ ਰਹਿਣਾ ਹੈ ਤੇ ਇਹਦੇ ਵਿੱਚ ਅਸੀਂ ਐਕਟਿਵ ਰੱਖਣਾ ਆਪਣੇ ਆਪ ਨੂੰ। ਤੇ ਇੱਕ ਵਾਰ ਫਿਰ ਦੱਸਦੇ ਹਾਂ ਗਹਿਰਾਈਆਂ ਤੋਂ ਅਸੀਂ ਸਮੂਹ ਸਿੱਖ ਚੈਨਲ ਦੀ ਟੀਮ ਵੱਲੋਂ ਤੇ ਸਾਰੇ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੂੰ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।